आओ जी गुरु के प्यार वाले विचार चर्चा भाग 10वां लैके हर सोमवार की तरह हाजिर हाँ आप जी के सन्मुख अकाली टीवी वैब चैनल ते मेरे नाल जिवें कि हर वार भाई मलकीत सिंह जी होया करते हैं। इस वार हम सत्कारयोग भी शमशेर सिंह जी आओ ਆਪਾਂ फतेह साझी करते हैं। वाहिगुरू जी का खालसा वाहिगुरू जी की फतेह। जिवें कि तुसीं सारे इस गल तो जाणू हो कि आपां शनि एतवार विचार करते हाँ बाणी चों इतिहास विचों एक पक्ष लैके ते ਉਹਦੇ ਤੋਂ ਬਾਅਦ ਆਪਾਂ ਉਹਦੇ ਨਾਲ ਸੰਬੰਧਿਤ ਜਿਹੜੇ ਤੁਹਾਡੇ ਸਵਾਲ ਹੁੰਦੇ ਨੇ ਜਾਂ ਉਹਨਾਂ ਸਾਰੇ ਪੱਖਾਂ ਨੂੰ ਵਿਚਾਰ ਚਰਚਾ ਦੇ ਰੂਪ ਵਿੱਚ ਆਪਾਂ ਸਾਰੇ ਰਲ ਮਿਲ ਕੇ ਸਾਂਝੀ ਕਰਦੇ ਹਾਂ। ਭਾਈ ਮਨੀ ਸਿੰਘ ਜੀ ਇਤਿਹਾਸ ਦੇ ਵਿੱਚ ਇੱਕ ਮਹਾਨ ਨਾਇਕ ਹਨ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬਾਖੂਬੀ ਇਤਿਹਾਸ ਵਿੱਚ ਬਹੁਤ ਸੋਹਣਾ ਰੋਲ ਜਿਹੜਾ ਉਹ ਅਦਾ ਕੀਤਾ ਹੈ। ਤੇ ਅੱਜ ਆਪਾਂ ਭਾਈ ਮਨੀ ਸਿੰਘ ਜੀ ਔਰ ਬਾਣੀ ਵਿੱਚ ਕਲਯੁਗ ਜਿਹੜਾ ਆ ਗੁਰੂ ਸਾਹਿਬ ਜੀ ਕਲਯੁਗ ਨੂੰ ਕਿਸ ਰੂਪ ਵਿੱਚ ਮੰਨਦੇ ਹਨ ਇਸ ਸਾਰੇ ਪੱਖ ਤੇ ਗੁਰਮਤਿ ਦੀ ਵਿਚਾਰ ਗੁਰੂ ਸਾਹਿਬ ਜੀ ਦਾ ਪੱਖ ਜਿਹੜਾ ਹੈ ਉਹ ਜਾਣਨ ਦਾ ਯਤਨ ਕਰਾਂਗੇ। ਜਿਹੜੇ ਵੀਰ ਭੈਣਾਂ ਨੇ ਸਵਾਲ ਕਰਨੇ ਹੋਣ ਨੰਬਰ ਜਿਹੜਾ ਆ ਉਹ ਤੁਹਾਡੇ ਸਾਹਮਣੇ ਸ਼ੋ ਹੋ ਰਿਹਾ ਆ, ਤੁਸੀਂ ਉਹਦੇ ਤੇ WhatsApp ਤੇ ਸਵਾਲ ਭੇਜ ਸਕਦੇ ਹੋ ਜਾਂ ਤੁਸੀਂ ਕਾਲ ਵੀ ਉਹਦੇ ਤੇ ਕਰ ਸਕਦੇ ਹੋ। कोशिश करते हाँ आपां भी हमेशा बाणी नूं ते इतिहास नूं बाणी नूं इतिहास दे पक्ष तो ते इतिहास नूं बाणी दे पक्ष तो इन्हां दोवां चीज़ां नूं जोड़ के समझण दा यतन करिए। जदों भी तुसीं इतिहास पढ़ना है ते बाणी छड्ड देनी है फिर इतिहास नाल बहुत कुछ ऐसा जुड़ जाना जिहड़ा साडा नहीं होना ਤੇ ਜਦੋਂ ਤੁਸੀਂ ਬਾਣੀ ਪੜ੍ਹਨੀ ਹੈ ਤੇ ਇਤਿਹਾਸ ਛੱਡ ਦੇਣਾ ਹੈ ਤੇ ਬਹੁਤ ਕੁਝ ਐਸਾ ਅਸੀਂ ਬਾਣੀ 'ਚ ਸਮਝਣ ਲੱਗ ਜਾਂਦੇ ਹਾਂ ਜਿਹੜਾ ਕਿ ਸਾਡਾ ਨਹੀਂ ਹੁੰਦਾ ਉਹ ਵੀ ਆਲੇ ਦੁਆਲੇ ਵਿੱਚ ਚੁੱਕ ਆ ਕੇ ਅਸੀਂ ਸਮਝਦੇ ਹਾਂ। ਸੋ ਆਓ ਆਪਾਂ ਸਾਰੇ ਇਸ ਤੇ ਚਰਚਾ ਕਰਦੇ ਹਾਂ। ਵੀਰ ਸ਼ਮਸ਼ੇਰ ਸਿੰਘ ਜੀ ਜਿਵੇਂ ਕਿ ਭਾਈ ਮਨੀ ਸਿੰਘ ਦੇ ਬਾਰੇ ਆਪਾਂ ਜੇ ਸੰਖੇਪ ਵਿੱਚ ਗੱਲ ਕਰਨੀ ਹੋਵੇ ਤੇ ਉਹਦੇ ਸੰਬੰਧ ਵਿੱਚ ਥੋੜਾ ਜਿਹਾ ਸਰੋਤਿਆਂ ਨਾਲ ਜਿਹੜੀ ਹੈ ਗੱਲ ਸਾਂਝੀ ਕਰੋ ਤੁਸੀਂ ਥੋੜੇ ਸ਼ਬਦਾਂ ਵਿੱਚ। ਹਾਂਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਭਾਈ ਮਨੀ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਇਸੇ ਮਹੀਨੇ ਦੇ ਵਿੱਚ 9 ਜੁਲਾਈ ਨੂੰ ਜਿਹੜਾ ਲੰਘਿਆ। ਭਾਈ ਮਨੀ ਸਿੰਘ ਜੀ ਦਾ ਜਿਹੜਾ ਇਤਿਹਾਸ ਵਿੱਚ ਰੋਲ ਰਿਹਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ। ਜੀ ਜੀ ਇਤਿਹਾਸ ਵਿੱਚ ਭਾਈ ਮਨੀ ਸਿੰਘ ਜੀ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਭਾਈ ਮਨੀ ਸਿੰਘ ਜੀ ਦੇ ਜੀਵਨ ਨੂੰ ਅਸੀਂ ਵਾਚਦੇ ਹਾਂ ਤਾਂ ਬਹੁਤ ਕੁਝ ਜਿਹੜਾ ਹੈ ਇਤਿਹਾਸ ਦੇ ਵਿੱਚ ਭਾਈ ਮਨੀ ਸਿੰਘ ਜੀ ਦੇ ਜੀਵਨ ਨਾਲ ਜੁੜਦਾ ਹੈ। ਭਾਵੇਂ ਕਿ ਗੁਰੂ ਸਾਹਿਬ ਜੀ ਦਾ ਸਮਾਂ ਹੋਵੇ ਭਾਵੇਂ ਸਿੱਖਾਂ ਦਾ ਸਮਾਂ ਹੋਵੇ ਤੇ ਭਾਵੇਂ ਮਿਸਲਾਂ ਦਾ ਸਮਾਂ ਹੋਵੇ ਜੀ। ਜਦੋਂ ਅਸੀਂ ਇਹਨੂੰ ਥੋੜਾ ਜਿਹਾ ਪਿਛੋਕੜ ਵਾਲੇ ਪਾਸੇ ਵੇਖਦੇ ਹਾਂ ਤਾਂ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ ਜੀ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਉਂਦੇ ਨੇ ਤੇ ਸਿੱਖੀ ਵਿੱਚ ਆਣ ਕੇ ਸ਼ਾਮਲ ਹੁੰਦੇ ਨੇ ਜੀ। ਪਿਛੋਕੜ ਜਿਹੜਾ ਇਹਨਾਂ ਦਾ ਅਲੀਪੁਰ ਮੁਜ਼ੱਫਰਗੜ੍ਹ ਜ਼ਿਲ੍ਹਾ ਪਾਕਿਸਤਾਨ ਦੇ ਨਾਲ ਜੁੜਦਾ ਹੈ। ਤੇ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਜੰਗ ਦੇ ਵਿੱਚ ਲੜਦੇ ਹੋਏ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ ਜੀ। ਉਹਨਾਂ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੇ ਪਿਤਾ ਜੀ ਭਾਈ ਮਾਈ ਦਾਸ ਜੀ ਉਹਨਾਂ ਨੇ ਸਿੱਖੀ ਦੀਆਂ ਸਮੇਂ-ਸਮੇਂ ਤੇ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ ਯੋਗਦਾਨ ਪਾਇਆ। ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ 13 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਰਾਏ ਸਾਹਿਬ ਜੀ ਦੇ ਦਰਬਾਰ ਵਿੱਚ ਆਉਂਦੇ ਨੇ ਤੇ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਣ ਕੇ ਤੇ ਗੁਰੂ ਘਰ ਨੂੰ ਜਿਹੜਾ ਹੈ ਸਮਰਪਿਤ ਹੋ ਜਾਂਦੇ ਨੇ। ਭਾਈ ਮਨੀ ਸਿੰਘ ਜੀ ਦਾ ਪਹਿਲਾ ਨਾਮ ਜਿਹੜਾ ਇਤਿਹਾਸ ਵਿੱਚ ਭਾਈ ਮਨੀਆਂ ਕਰਕੇ ਜਿਹੜਾ ਹੈ ਉਹ ਸਾਨੂੰ ਮਿਲਦਾ ਹੈ ਜੀ। ਇਹਦੇ ਨਾਲ ਜਦੋਂ ਅਸੀਂ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਬਤ ਇਸ ਤੋਂ ਥੋੜਾ ਜਿਹਾ ਅੱਗੇ ਪੜ੍ਹਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਭਾਈ ਮਨੀ ਸਿੰਘ ਜੀ ਸਮੇਂ-ਸਮੇਂ ਤੇ ਪੋਥੀਆਂ ਦੀ ਲਿਖਣ ਦੀ ਸੇਵਾ ਜਿਹੜੀ ਹੈ ਉਹ ਕਰਦੇ ਰਹੇ ਸਨ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ 1675 ਈਸਵੀ ਦੇ ਵਿੱਚ। ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਉਹਨਾਂ ਨਾਲ ਭਾਈ ਮਨੀ ਸਿੰਘ ਜੀ ਦੇ ਭਰਾਤਾ ਜਿਹੜੇ ਕਿ ਉਮਰ ਨਾਲੋਂ ਵਡੇਰੇ ਸਨ ਭਾਈ ਮਨੀ ਸਿੰਘ ਜੀ ਤੋਂ ਭਾਈ ਦਿਆਲਾ ਜੀ ਜੀ ਉਹ ਸ਼ਹੀਦੀ ਦਾ ਜਾਮ ਪੀਂਦੇ ਨੇ। ਇੱਥੇ ਮੈਂ ਇੱਕ ਛੋਟੀ ਜਿਹੀ ਹੋਰ ਬੇਨਤੀ ਕਰਦਿਆਂ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਇਤਿਹਾਸ ਵਿੱਚ ਲਗਭਗ 90 ਮੈਂਬਰ ਜਿਹੜੇ ਨੇ ਉਹ ਸ਼ਹੀਦੀ ਦਾ ਜਾਮ ਪੀਂਦੇ ਨੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਇਹਦੇ ਨਾਲ ਨਾਲ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਨੇ ਸਮੇਂ-ਸਮੇਂ ਤੇ ਸਿੱਖੀ ਦੇ ਵਾਸਤੇ ਬਹੁਤ ਕੰਮ ਕੀਤਾ। ਇਹਨਾਂ ਦੇ 12 ਸਪੁੱਤਰ ਸਨ ਜੀ। 12 ਦੇ ਵਿੱਚੋਂ ਇੱਕ ਸਪੁੱਤਰ ਛੋਟੀ ਉਮਰ ਦੇ ਵਿੱਚ ਚੜ੍ਹਾਈ ਕਰ ਗਿਆ ਤੇ ਤੁਸੀਂ ਹੈਰਾਨ ਹੋਗੇ 11 ਦੇ 11 ਸਪੁੱਤਰ ਭਾਈ ਮਨੀ ਸਿੰਘ ਜੀ ਦੇ ਸਿੱਖ ਪੰਥ ਦੀ ਖਾਤਰ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ। ਜਿਨ੍ਹਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਦੇ ਪੁੱਤਰ ਨੇ
ਲੋਹਗੜ੍ਹ ਦੇ ਕਿਲੇ ਵਿੱਚ ਮਸਤ ਹਾਥੀ ਦਾ ਮੁਕਾਬਲਾ ਕੀਤਾ, ਜਿਹਦਾ ਨਾਮ ਸੀ ਭਾਈ ਬਚਿੱਤਰ ਸਿੰਘ। ਜੀ ਉਹੋ ਹੀ ਭਾਈ ਬਚਿੱਤਰ ਸਿੰਘ ਅੱਗੇ ਜਾ ਕੇ ਕੋਟਲਾ ਨਿਹੰਗ ਖਾਂ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਘੇਰਾ ਪੈਂਦਾ ਤੇ ਸ਼ਹੀਦੀ ਦਾ ਜਾਮ ਪੀਂਦੇ ਨੇ। ਇਹਦੇ ਨਾਲ ਉਹਨਾਂ ਦੇ ਪੁੱਤਰ ਭਾਈ ਉਦੈ ਸਿੰਘ, ਜਿਹੜੇ ਕਿ ਸਰਸਾ ਨਦੀ ਦੇ ਲੜਦੇ ਚੱਖੀਆਂ ਪਿੰਡ ਦੇ ਵਿੱਚ ਸ਼ਹੀਦੀ ਦਾ ਜਾਮ ਪੀਂਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਘੇਰਾ ਪੈਂਦਾ। ਤੇ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਜਿਹੜੇ ਨੇ ਉਹ ਸਰਸਾ ਨਦੀ ਤੋਂ ਪਹਿਲਾਂ ਪਿੱਛੇ ਫੌਜ ਨੂੰ ਰੋਕਦੇ ਹੋਏ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ। ਇਹਦੇ ਨਾਲ ਜਦੋਂ ਅਸੀਂ ਪੜ੍ਹਦੇ ਹਾਂ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਉਂਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਵਿੱਚ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਅਨੇਕਾਂ ਜੀ ਦਿੱਲੀ ਦੀ ਧਰਤੀ ਤੇ ਸ਼ਹੀਦੀ ਦਾ ਜਾਮ ਪੀਂਦੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਦਾ ਬੜਾ ਅਹਿਮ ਪੱਖ ਹੈ ਜਿਹਨੂੰ ਕਿ ਬੜਾ ਘੱਟ ਵਿਚਾਰਿਆ ਗਿਆ ਹੈ। ਅੱਜ ਸਾਡੇ ਵਿੱਚ ਇਤਿਹਾਸ ਪੜ੍ਹਨ ਦੀ ਰੁਚੀ ਘਟ ਗਈ ਹੈ ਜਾਂ ਅਸੀਂ ਇਤਿਹਾਸ ਪੜ੍ਹਨ ਤੋਂ ਆਪ ਅਵੇਸਲੇ ਹੋ ਗਏ ਆ। ਇਹ ਬੜੇ ਕਾਰਨ ਨੇ ਵੈਸੇ ਸਾਡੇ। ਬੜੀ ਸਿੰਪਲ ਜੀ ਗੱਲ ਵੀ ਹੈ, ਜਿਵੇਂ ਵੇਖੋ ਵੀ ਜੇ ਤੁਸੀਂ ਇਤਿਹਾਸ ਸਾਹਿਤ ਰਾਹੀਂ ਸਾਡੇ ਦਿਮਾਗ ਵਿੱਚੋਂ ਜਿਹੜੇ ਅਸਲੀ ਨਾਇਕ ਨੇ ਪੰਜਾਬ ਦੇ, ਜਿਹੜੇ ਅਸਲੀ ਮਤਲਬ ਅੱਜ ਦੇ ਸ਼ਬਦਾਂ 'ਚ ਕਹਿਣਾ ਹੋਵੇ ਤੇ ਹੀਰੋ ਕਹਿ ਲਓ ਤੁਸੀਂ, ਜਿਹੜੇ ਸਾਡੇ ਰੋਲ ਮਾਡਲ ਹੋਣੇ ਚਾਹੀਦੇ ਸੀ, ਉਹਨਾਂ ਤੇ ਚਰਚਾ ਨਾ ਹੋ ਕੇ ਜਿਹੜੇ ਬੰਦਿਆਂ ਦੇ ਨਾਮ ਨਾਲ ਪੰਜਾਬ ਨੂੰ ਕਲੰਕਿਤ ਕੀਤਾ ਜਾ ਰਿਹਾ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ, ਭਾਵੇਂ ਉਹ ਫਿਲਮਾਂ ਰਾਹੀਂ ਹੋਵੇ, ਗਾਣਿਆਂ ਰਾਹੀਂ ਹੋਵੇ। ਮਤਲਬ ਜੇ ਹੁਣ ਮਨੀ ਸਿੰਘ ਜੀ ਦੀ ਬੰਦ ਕੱਟਣ ਦੀ ਗੱਲ ਜਿਹੜੀ ਆ ਉਹ ਲੋਕਾਂ ਦੇ ਦਿਮਾਗ 'ਚ ਨਹੀਂ ਪਾਈ ਗਈ ਜਾਂ ਉਹ ਇਤਿਹਾਸ ਦਾ ਪੱਖ ਨਹੀਂ ਦੱਸਿਆ ਗਿਆ। ਜਿਹੜਾ ਜੰਡ ਥੱਲੇ ਕਿਸੇ ਨਲਾਇਕੀ ਕਰਕੇ ਵੱਢਿਆ ਗਿਆ ਉਹਦੇ ਤੇ ਕਿੱਡੇ ਵੱਡੇ ਕਿੱਸੇ ਲਿਖੇ ਗਏ ਜਾਂ ਇਦਾਂ ਸਾਡੇ ਸਿਲੇਬਸ ਦਾ ਪਾਰਟ ਤੱਕ ਬਣਾਈਆਂ ਗਈਆਂ ਉਹ ਚੀਜ਼ਾਂ ਵੀ +2 ਵਿੱਚ ਬੱਚੇ ਪੜ੍ਹਨ ਤਾਂ ਜਿਹੜੀ ਪੰਜਾਬੀ ਹੈ ਉਹਦੇ ਵਿੱਚ ਇਹ ਤਾਂ ਦੱਸਿਆ ਜਾ ਰਿਹਾ ਵੀ ਮਿਰਜ਼ਾ ਕੌਣ ਸੀ, ਰਾਂਝਾ ਕੌਣ ਸੀ, ਹੀਰ ਕੌਣ ਸੀ, ਸੱਸੀ ਕੌਣ ਸੀ, ਪੁੰਨੂ ਕੌਣ ਸੀ, ਪਰ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਵੀ ਤੁਹਾਡਾ ਇੱਕ ਨਾਇਕ ਮਨੀ ਸਿੰਘ ਵੀ ਸੀਗਾ। ਬਿਲਕੁਲ ਜਿਹੜਾ ਮਤਲਬ ਕਿੱਡੀ ਬਦਕਿਸਮਤੀ ਵਾਲੀ ਗੱਲ ਆ। ਅੱਛਾ, ਇੱਕ ਚੀਜ਼ ਹੋਰ ਜਿਹੜੀ ਆਪਾਂ ਇਹਦੇ ਨਾਲ ਵੀ ਜਿਵੇਂ ਬਹੁਤ ਉਹਨਾਂ ਦਾ ਪਿਆਰਾ ਪੱਖ ਆ ਹਿਸਟਰੀ ਦੇ ਵਿੱਚ, ਇਤਿਹਾਸ ਵਿੱਚ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਜੇ ਉਹਨਾਂ ਦੇ ਪਰਿਵਾਰਕ ਮੈਂਬਰ ਵੇਖ ਲਈਏ ਆਪਾਂ ਜਾਂ ਉਹਨਾਂ ਦੇ ਦਾਦਾ ਜੀ ਦੀ ਗੱਲ ਚੱਲਦੀ ਹੈ, ਫਿਰ ਉਹਨਾਂ ਦੇ ਬੱਚਿਆਂ ਦੀ ਗੱਲ ਚੱਲਦੀ ਹੈ। ਤੇ ਹੁਣ ਉਹਦੇ 'ਚ ਇੱਕ ਗੱਲ ਆ ਵੀ ਜਿਵੇਂ ਮਨੀ ਸਿੰਘ ਦੇ ਨਾਲ ਹਮੇਸ਼ਾ, ਵੈਸੇ ਤੇ ਹਰ ਪਾਤਰ ਨਾਲ ਹੋਇਆ ਸਾਡੇ ਨਾਲ, ਗੁਰੂ ਸਾਹਿਬਾਨਾਂ ਨਾਲ ਵੀ ਅਗਲਿਆਂ ਨੇ ਭਲੀ ਨਹੀਂ ਗੁਜ਼ਾਰੀ ਵੀ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਨੂੰ ਵੀ ਇਦਾਂ ਦੀ ਬਣਾ ਕੇ ਪੇਸ਼ ਕੀਤਾ ਵੀ ਜਦੋਂ ਦੋ ਸਿੱਖ ਹੀ ਕਿਤੇ ਜੁੜ ਕੇ ਬੈਠਣ ਤਾਂ ਇੱਕ ਸਿੱਖ ਕਵੇ ਵੀ ਗੁਰੂ ਸਾਹਿਬ ਇਦਾਂ ਦੇ ਸੀ, ਦੂਜਾ ਸਿੱਖ ਕਵੇ ਵੀ ਗੁਰੂ ਸਾਹਿਬ ਇਦਾਂ ਦੇ ਸੀ। ਮੰਨ ਲਿਆ ਵੀ ਜਿਹੜੇ ਬੰਦੇ ਸਿੱਖੀ ਵਿਰੋਧੀ ਨੇ ਉਹ ਤਾਂ ਇਦਾਂ ਦੀਆਂ ਗੱਲਾਂ ਕਰਨ ਤੇ ਸਮਝ ਆਉਂਦੀ ਹੈ ਗੱਲ, ਜਿਹੜੇ ਸਿੱਖੀ ਦੇ ਵਿਹੜੇ ਵਿੱਚ ਨੇ ਜਾਂ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਆ ਵੀ ਅਸੀਂ ਸਿੱਖ ਹੀ ਆ, ਪਰ ਉਹ ਵੀ ਇਹਨਾਂ ਮਹਾਨ ਨਾਇਕਾਂ ਨੂੰ ਸਹੀ ਰੂਪ ਵਿੱਚ ਪੇਸ਼ ਕਰਨ ਦੀ ਬਜਾਏ ਵਿਗਾੜ ਕੇ ਪੇਸ਼ ਕਰਨ ਦੇ ਕਾਰਨ ਕੀ ਹੋ ਸਕਦੇ ਆ ਵੀ ਇਹਦੇ ਪਿੱਛੇ ਕੀ ਮਨਸ਼ਾ ਕੰਮ ਕਰਦੀ? ਅਸਲ 'ਚ ਨਾ ਸਾਡੀ ਹੁਣ ਅੱਜ ਦੇ ਸਮੇਂ ਵਿੱਚ ਇੱਕ ਵੀਰ ਜੀ ਇਦਾਂ ਦੀ ਇਸਾਇਕੀ ਬਣ ਚੁੱਕੀ ਆ ਵੀ ਸਾਨੂੰ ਜਿਹੜਾ ਸਾਡੇ ਤੇ ਬਾਹਰੋਂ ਹਮਲਾ ਕਰਦਾ ਉਹ ਘੱਟ ਕਸੂਰਵਾਰ ਲੱਗਦਾ ਤੇ ਸਾਨੂੰ ਸਾਡੇ ਪੱਗਾਂ ਵਾਲੇ ਜਿਹੜੇ ਉਹ ਵੱਧ ਕਸੂਰਵਾਰ ਲੱਗਦੇ ਆ। ਇਹ ਅੱਜ ਸਾਡਾ ਇਦਾਂ ਦਾ ਬਣ ਚੁੱਕਾ ਇੱਕ ਟ੍ਰੈਂਡ ਜਿਹੜਾ ਵਾ ਜੀ। ਤੁਸੀਂ ਵੇਖੋ ਵੀ ਇਸ ਮੌਜੂਦਾ ਦੌਰ ਦੇ ਵਿੱਚ ਬਹੁਤ ਕੁਝ ਸਾਡੇ ਇਤਿਹਾਸ ਨਾਲ ਜਿਹੜਾ ਹੈ ਉਹ ਇਦਾਂ ਦਾ ਬਣਾ ਕੇ ਜੋੜ ਦਿੱਤਾ ਜਿਹੜਾ ਕਿ ਪੁਰਾਣੇ ਇਤਿਹਾਸਕਾਰਾਂ ਨੇ ਵੀ ਨਹੀਂ ਕੀਤਾ ਹੋਣਾ। ਜਿਵੇਂ ਅਸੀਂ ਗੱਲ ਕਰਦੇ ਵੀ ਸਾਡੇ ਇਤਿਹਾਸ ਵਿੱਚ ਇੰਨਾ ਗ੍ਰੰਥਾਂ 'ਚ ਮਿਲਾਵਟ ਹੋਈ ਹੈ ਤੇ ਅਸੀਂ ਉਹਦਾ ਪ੍ਰਚਾਰ ਬੜੀ ਦੂਰ ਤੱਕ ਜਾ ਕੇ ਕਰਦੇ ਹਾਂ, ਪਰ ਜਿਹੜਾ ਇਤਿਹਾਸ ਦੀ ਮਤਲਬ ਦੂਰ ਅੰਦੇਸ਼ੀ ਦੇ ਕੱਟ-ਵੱਢ ਦੇ ਨਾਂ ਤੇ ਜੋ ਕੁਝ ਅਸੀਂ ਸ਼ੁਰੂ ਕੀਤਾ ਉਹ ਵੀ ਤਾਂ ਇੱਕ ਕਿਤੇ ਨਾ ਕਿਤੇ ਸਾਡੇ ਵਾਸਤੇ ਨੁਕਸਾਨਦੇਹ ਹੀ ਹੈ ਨਾ। ਉਹ ਅਸੀਂ ਕਿਹੜੀ ਲੀਹ ਵਾਲੇ ਪਾਸੇ ਨੂੰ, ਜਿਹੜੇ ਤਾਂ ਪੁਰਾਣੇ ਬੰਦਿਆਂ ਨੇ ਇਤਿਹਾਸ ਵਿੱਚ ਕਿਸੇ ਕਾਰਨ ਕਰਕੇ ਕੋਈ ਉਕਾਈ ਖਾਧੀ, ਅਸੀਂ ਉਹਨੂੰ ਬਹੁਤ ਕੁਝ ਕਿਹਾ, ਅਸੀਂ ਉਹਨੂੰ ਸਟੇਜਾਂ ਤੋਂ ਆਖਿਆ ਵੀ ਗਲਤ, ਕਹਿਣਾ ਵੀ ਚਾਹੀਦਾ, ਬਣਦਾ ਵੀ ਹੈ, ਬਣਦਾ ਹੈ ਬਿਲਕੁਲ। ਪਰ ਜੋ ਕੁਝ ਅੱਜ ਅਸੀਂ ਕਰ ਰਹੇ ਹਾਂ ਕੀ ਇਹ ਠੀਕ ਹੈ? ਕੀ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਾਫ ਕਰਨਗੀਆਂ? ਇਹ ਸਭ ਤੋਂ ਵੱਡਾ ਸਵਾਲ ਹੈ। ਹੁਣ ਰਹੀ ਗੱਲ ਭਾਈ ਮਨੀ ਸਿੰਘ ਜੀ ਦੀ, ਭਾਈ ਮਨੀ ਸਿੰਘ ਜੀ ਦਾ ਇਤਿਹਾਸ ਵਿੱਚ ਬਹੁਤ ਵੱਡਾ ਇੱਕ ਰੋਲ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਾਨੂੰ ਘੱਟ ਪੜਾਇਆ ਗਿਆ, ਜਿਹੜੇ ਭਾਈ ਮਨੀ ਸਿੰਘ ਨੇ, ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਜੰਗਾਂ ਦੇ ਵਿੱਚ ਹਿੱਸਾ ਵੀ ਲੈਂਦੇ ਰਹੇ ਨੇ। ਜਿਵੇਂ ਭੰਗਾਣੀ ਦੀ ਅਸੀਂ ਗੱਲ ਕਰਦੇ ਹਾਂ, ਜਿਹੜੀ 1688 ਦੇ ਵਿੱਚ ਜੰਗ ਹੁੰਦੀ ਹੈ। ਇਸ ਤੋਂ ਬਾਅਦ ਸਭ ਤੋਂ ਪਹਿਲੀ ਜੰਗ, ਇਸ ਤੋਂ ਬਾਅਦ ਨੰਦੌਣ ਦੀ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਲੜਦੇ ਨੇ, ਉਹਦੇ ਵਿੱਚ ਭਾਈ ਮਨੀ ਸਿੰਘ ਆਪਣਾ ਜਿਹੜਾ ਹਿੱਸਾ ਪਾਉਂਦੇ ਨੇ। ਹੁਣ ਭਾਈ ਮਨੀ ਸਿੰਘ ਜੀ ਜਿੱਥੇ ਇੱਕ ਗੱਲ ਹੋਰ ਵੀ, ਸ਼ਮਸ਼ੇਰ ਸਿੰਘ, ਮੰਨ ਲਓ ਆਪਾਂ ਏਦਾਂ ਵੀ ਜੇ ਮੰਨ ਲਓ ਕਿ ਭਾਈ ਮਨੀ ਸਿੰਘ ਇੱਕ ਜੰਗ ਵਿੱਚ ਜਾਂ ਇੱਕ ਥਾਂ ਤੇ ਕਿਤੇ ਉਹ ਆਪਣਾ ਰੋਲ ਪਲੇ ਨਹੀਂ ਕਰ ਰਿਹਾ,
ਪਰ ਕੀ ਇਹਦੇ ਨਾਲ ਭਾਈ ਮਨੀ ਸਿੰਘ ਦੀ ਸ਼ਖਸੀਅਤ ਫਿੱਕੀ ਪੈ ਜਾਊਗੀ? ਨਹੀਂ, ਬਿਲਕੁਲ। ਜਿਹੜੇ ਉਹਨਾਂ ਦੇ ਬਾਕੀ ਕਾਰਨਾਮੇ ਜਾਂ ਜੋ ਉਹਨਾਂ ਦੀ ਲਾਈਫ ਦਾ ਹਿੱਸਾ ਆ ਜਾਂ ਜੋ ਉਹ ਕੌਮ ਲਈ ਕਰ ਰਹੇ ਆ, ਉਹਦੇ ਕੋਈ ਅਰਥ ਨਹੀਂ ਰਹਿ ਜਾਣਗੇ। ਮਤਲਬ ਕੋਈ ਵੀ ਬੰਦਾ, ਮੰਨ ਲਓ ਆਪਾਂ ਹੀ ਆ, ਜਿਵੇਂ ਮੰਨ ਲਓ ਆਪਣੇ ਨਾਲ ਕੋਈ ਗੱਲ ਜੋੜ ਲੈ ਵੀ ਨਛੱਤਰ ਸਿੰਘ ਜੀ, ਸ਼ਮਸ਼ੇਰ ਸਿੰਘ ਜੀ ਆਹ ਗੱਲ ਤਾਂ ਵਧੀਆ ਕਰਦੇ, ਪਰ ਇੱਥੇ ਇਹਨਾਂ ਨੇ ਗੱਲ ਨਹੀਂ ਕੀਤੀ। ਪਰ ਜ਼ਰੂਰੀ ਨਹੀਂ ਆ ਨਾ ਵੀ ਹਰ ਗੱਲ ਤੁਸੀਂ ਹਰ ਥਾਂ ਤੇ ਕਰ ਸਕੋ। ਤੁਸੀਂ ਇੱਕ ਬੰਦੇ ਦੇ ਜੀਵਨ ਵਿੱਚ ਇੱਕ ਨਿੱਕੀ ਜੀ ਕੜੀ ਚੁੱਕ ਕੇ ਤੇ ਉਹਦੇ ਸਮੁੱਚੇ ਜੀਵਨ ਨੂੰ ਉਹਦੀ ਵਿਆਖਿਆ 'ਚ ਨਹੀਂ ਵਰਤ ਰੱਦ ਨਹੀਂ ਕਰ ਸਕਦੇ ਉਹਨੂੰ ਤੁਸੀਂ, ਉਹਨੂੰ ਨਹੀਂ ਵਰਤਿਆ ਜਾ ਸਕਦਾ। ਬਿਲਕੁਲ ਇਸ ਪੱਖ ਨੂੰ ਵੀ ਅੱਜ ਸਰੋਤਿਆਂ ਨੂੰ ਬਹੁਤ ਧਿਆਨ ਨਾਲ ਸਮਝਣ ਦੀ ਲੋੜ ਆ, ਬਹੁਤ ਧਿਆਨ ਨਾਲ ਇਹਦੇ ਤੇ ਚਰਚਾ ਕਰਨ ਦੀ ਲੋੜ ਆ, ਔਰ ਆਪਣੇ ਪਰਿਵਾਰਾਂ ਵਿੱਚ ਬਹਿ ਕੇ ਸਾਨੂੰ ਇਸ ਸਾਹਿਤ ਨੂੰ ਬੜੀ ਨੀਜ਼ ਨਾਲ, ਬੜੀ ਮੁਹੱਬਤ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੋਲਣ ਦਾ ਜਿਹੜਾ ਵਾ ਉਹ ਸਾਨੂੰ ਯਤਨ ਕਰਨਾ ਚਾਹੀਦਾ। ਵੈਸੇ ਮੈਨੂੰ ਕਦੀ-ਕਦੀ ਇਦਾਂ ਵੀ ਲੱਗਦਾ ਵੀ ਸਭ ਤੋਂ ਵੱਡੀ ਜਿਹੜੀ ਘਾਟ ਆ ਨਾ ਉਹ ਸਾਡੇ ਆਪਣੇ ਵਿੱਚ ਕਿਉਂ ਭਲਾ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਆਪ ਘੱਟ ਪੜ੍ਹਦੇ ਹਾਂ। ਮੰਨ ਲਓ ਕਿਸੇ ਨੇ, ਆਪਾਂ ਇੱਥੋਂ ਬੋਲ ਰਹੇ ਆ, ਸਾਡੀ ਗੱਲ ਸੁਣ ਕੇ ਜਾਂ ਕਿਸੇ ਦੂਜੇ ਨੇ ਉੱਥੇ ਬੋਲਿਆ, ਉਹਨਾਂ ਨੇ ਉਹਨਾਂ ਦੀ ਗੱਲ ਸੁਣ ਕੇ ਉਹ ਉਹਨਾਂ ਦੇ ਮਗਰ ਹੋ ਕੇ ਤੁਰ, ਅਸੀਂ ਆਪ ਪੜ੍ਹਨ ਦੀ ਜਿਹੜੀ ਖੇਚਲ ਆ ਉਹ ਘੱਟ ਕਰਦੇ। ਜੇ ਸਾਨੂੰ ਆਪ ਪਤਾ ਹੁੰਦਾ ਭਾਈ ਮਨੀ ਸਿੰਘ ਦੇ ਇਤਿਹਾਸ ਬਾਰੇ ਤੇ ਕਾਹਨੂੰ ਅਸੀਂ ਇਹੋ ਜਿਹੀਆਂ ਉਲਝਣਾਂ ਦੇ ਵਿੱਚ ਪੈਂਦੇ। ਹਾਂ, ਜਿਹੜੀ ਵੀ ਚੀਜ਼ ਦਾ ਸਾਨੂੰ ਪਤਾ ਹੁੰਦਾ, ਜਿਵੇਂ ਮੰਨ ਲਓ ਜਿਹੜੀ ਤੁਸੀਂ ਗੱਲ ਕਰਦੇ ਵੀ ਅਸੀਂ ਆਪ, ਇਹ ਠੀਕ ਆ, ਬਾਣੀ ਨਹੀਂ ਪੜ੍ਹੀ, ਬਾਣੀ ਦੇ ਨਾਂ ਤੇ ਬਹੁਤ ਕੁਝ ਸਾਨੂੰ ਐਸਾ ਲੋਕਾਂ ਨੇ ਪਰੋਸਤਾ। ਜਿਵੇਂ ਹੁਣ ਨਵੀਂ ਗੱਲ ਤੁਸੀਂ ਵੇਖ ਰਹੇ ਹੋ ਸੋਸ਼ਲ ਮੀਡੀਆ ਤੇ ਵੀ ਬਾਣੀ ਦੀਆਂ ਲਾਵਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਵਾਲੀਆਂ ਸੇਮ ਇਨ ਬਿਨ ਉਦਾਂ ਦੀਆਂ ਲਾਵਾਂ ਰਵਿਦਾਸ ਜੀ ਦੇ ਨਾਂ ਤੇ। ਮੈਂ ਕੱਲ ਵੀ ਕਿਹਾ ਸੀ ਵੀ ਭਗਤ ਰਵਿਦਾਸ ਜੀ ਵਰਗਾ ਮਹਾਨ ਯੋਧਾ, ਉਹਦੇ ਬਾਰੇ ਜਿੰਨਾ ਕੁਝ ਕਹਿ ਲਓ ਵੀ ਉਹ ਸੱਚੀ ਮੁੱਚੀ ਬਾਬੇ ਨਾਨਕ ਦਾ ਰੂਪ ਹੈ। ਬਾਬਾ ਨਾਨਕ ਜੀ ਭਗਤ ਰਵਿਦਾਸ ਜੀ ਦੇ ਰੂਪ, ਉਹ 35 ਮਹਾਂਪੁਰਸ਼ ਹੀ ਸਾਡੇ ਵਾਸਤੇ ਸੱਚੀ ਮੁੱਚੀ ਉਹਨਾਂ ਤੋਂ ਅੱਗੇ ਕੁਝ ਵੀ ਨਹੀਂ ਹੈ। ਜੇ ਅਸੀਂ ਏਦਾਂ ਕਹਿ ਲਈਏ ਵੀ 35 ਮਹਾਂਪੁਰਸ਼ਾਂ ਤੋਂ ਅੱਗੇ ਅਸੀਂ ਕਿਸੇ ਨੂੰ ਮਾਨਤਾ ਨਹੀਂ ਦਿੰਦੇ। ਪਰ ਜਿਹੜੇ ਬੰਦੇ ਭਗਤ ਰਵਿਦਾਸ ਜੀ ਦੇ ਨਾਂ ਤੇ ਬਾਣੀ ਰਚ ਰਹੇ, ਉਹ ਰਵਿਦਾਸ ਜੀ ਦੇ 40 ਸ਼ਬਦ ਵਿਚਲੇ ਕਿਉਂ ਨਹੀਂ ਪੜ੍ਹ ਰਹੇ? ਤੇ ਸਗੋਂ ਸਾਰੇ ਗੁਰੂ ਗ੍ਰੰਥ ਸਾਹਿਬ ਤੇ ਦਾਵਾ ਕਿਉਂ ਨਹੀਂ ਕਰ ਰਹੇ ਵੀ ਇਹ ਸਾਡਾ ਆ? ਕਿਉਂਕਿ ਜਿਹਦੇ ਚ ਸਾਡੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ। ਉਹ ਗੱਲ ਫਿਰ ਉਹ ਹੋਈ ਆ ਵੀ ਉਹਨਾਂ ਨੇ ਉਹ 40 ਸ਼ਬਦ ਪੜ੍ਹੇ ਨਹੀਂ ਆ ਤੇ ਆਪਣੇ ਵੱਖਰੇ ਰਚ ਕੇ ਤੇ ਉਹ ਇੱਕ ਪ੍ਰੋਪੋਗੰਡਾ, ਇੱਕ ਵੱਖਰੀ ਗੱਦੀ ਚਲਾਉਣ ਵਾਲੀ ਜਿਹੜੀ ਪਿਰਤ ਆ ਉਹ ਪੈਦਾ ਕਰਨੀ ਚਾਹੁੰਦੇ। ਪੜ੍ਹਨ ਦਾ ਸਾਡੇ ਚ ਸੁਭਾਅ ਨਹੀਂ ਹੈ। ਸਾਹਿਤ ਪੜ੍ਹਨਾ ਤਾਂ ਸੱਚੀ ਮੁੱਚੀ ਸ਼ਮਸ਼ੇਰ ਸਿੰਘ ਜੀ ਵੀ ਆਪਾਂ ਜਾਣਦੇ ਆ, ਲੋਕਾਂ ਦੇ ਵਿੱਚ ਤੁਸੀਂ ਵੇਖੋ ਸਾਡੇ ਘਰਾਂ ਦੇ ਵਿੱਚ ਕਿਤਾਬਾਂ ਖਰੀਦਣ ਦਾ ਰੁਝਾਨ ਹੀ ਹੈ ਨਹੀਂ। ਬਿਲਕੁਲ ਵੀ ਹੈ ਨਹੀਂ। ਵੀ ਬੰਦਾ ਆਨੰਦਪੁਰ ਜਾਵੇ ਤਾਂ ਮਨ ਵਿੱਚ ਇਹ ਆਵੇ ਵੀ ਯਾਰ ਆਨੰਦਪੁਰ ਮੈਂ ਕਿੰਨਾ ਕੁ ਸਮਝ ਜੂੰਗਾ, ਵੀ ਵੇਖ ਜੂੰਗਾ, ਮੱਥਾ ਟੇਕ ਲੂੰਗਾ, ਪਰਿਕਰਮਾ ਕਰ ਲੂੰ। ਮੈਂ ਇੱਥੋਂ ਇੱਕ ਕਿਤਾਬ ਲੈ ਕੇ ਜਾਵਾਂ ਵੀ ਘੱਟੋ ਘੱਟ ਮੈਂ ਘਰ ਜਾ ਕੇ ਪੜ੍ਹਾਂ ਤਾਂ ਸਹੀ ਵੀ ਕਦੋਂ ਵਸਿਆ, ਕਦੋਂ ਆਨੰਦਪੁਰ ਤੇ ਹਮਲੇ ਹੋਏ, ਕਿਉਂ ਇੱਥੋਂ ਗੁਰੂ ਸਾਹਿਬ ਜੀ ਨੂੰ ਛੱਡਣਾ ਪਿਆ, ਕਿਉਂ ਸਾਹਿਬਜ਼ਾਦੇ ਨੀਆਂ। ਸੋ ਉਹ ਜਦੋਂ ਆਪ ਸਮਝਣਗੇ, ਕਿਤਾਬ ਲੈ ਕੇ 2 ਕਿਤਾਬਾਂ ਪੜ੍ਹ ਲੈਣਗੇ, ਫਿਰ ਜਦੋਂ ਆਪਾਂ ਬੋਲਾਂਗੇ ਇੱਥੋਂ, ਫਿਰ ਉਹ ਕਹਿਣਗੇ ਵੀ ਯਾਰ ਅਸੀਂ ਪੜ੍ਹਿਆ ਸੀ ਇੱਥੇ, ਕਿ ਆਹ ਜਿਹੜੀ ਗੱਲ ਆ ਵੀ ਠੀਕ ਆ। ਹੁਣ ਜਦੋਂ ਖੁਦ ਨਹੀਂ ਪੜ੍ਹੀ, ਫਿਰ ਮੈਂ ਬੋਲਦਾ, ਤੁਸੀਂ ਬੋਲ ਦੋ, ਕੱਲ ਨੂੰ ਕੋਈ ਦੂਜਾ ਬੰਦਾ ਬੋਲਦੇ, ਉਹਨੂੰ ਇਨਵੇ ਨਹੀਂ ਪ੍ਰਮਾਣ ਕਰ ਲਿਆ ਜਾਊਗਾ। ਜਿਵੇਂ ਬਾਬੇ ਨਾਨਕ ਦੀ ਬਾਣੀ ਦੇ ਨਾਂ ਹੇਠ ਨਕਲੀ ਬਾਣੀ ਲਿਖੀ ਜਾਂਦੀ ਹੈ, ਏਦਾਂ ਹੀ ਨਕਲੀ ਇਤਿਹਾਸ ਵੀ ਕ੍ਰੀਏਟ ਕਰਕੇ ਸਾਡੇ ਦਿਮਾਗ ਵਿੱਚੋਂ ਅਸਲੀ ਕੱਢਣ ਲਈ ਜਿਹੜਾ ਉਹ ਨਕਲੀ ਪੈਦਾ ਕੀਤਾ। ਮੈਨੂੰ ਭਾਈ ਗੁਰਦਾਸ ਜੀ ਦਾ ਇੱਥੇ ਇੱਕ ਕਵਿਤ ਯਾਦ ਆਉਂਦਾ। ਭਾਈ ਗੁਰਦਾਸ ਜੀ ਕਵਿਤ ਵਿੱਚ ਲਿਖਦੇ ਵੀ ਜਦੋਂ ਬਾਣੀ ਦੀ ਵੀ ਗੱਲ ਆਉਂਦੀ ਹੈ ਵੀ ਜਦੋਂ ਨਾ ਪਤੀ ਜਿਹੜਾ ਉਹ ਬਹੁਤ ਸਾਰੇ ਬੰਦਿਆਂ ਵਿੱਚ ਬੈਠਾ ਹੋਵੇ ਤੇ ਪਤਨੀ ਜਿਹੜੀ ਉਹ ਆਪਣੇ ਪਤੀ ਦੀ ਜਿਹੜੀ ਆਵਾਜ਼ ਪਛਾਣ ਲੈਂਦੀ ਆ। ਇੱਕ ਉੱਥੇ ਉਹਨਾਂ ਨੇ ਹੋਰ ਉਦਾਹਰਨ ਵਰਤੀ ਆ ਵੀ ਜਿਵੇਂ ਨੌਕਰ ਆ, ਨੌਕਰ ਆਪਣੇ ਮਾਲਕ ਦੇ ਨਾਲ ਕੰਮ ਕਰਦਾ ਤੇ ਜਦੋਂ ਨੌਕਰ ਆਪਣੇ ਮਾਲਕ ਦੇ ਨਾਲ ਕੰਮ ਕਰਦਾ ਤੇ ਕੰਮ ਕਰਨ ਦੇ ਦੌਰਾਨ ਉਹ ਆਪਣੇ ਮਾਲਕ ਦੀ ਆਵਾਜ਼ ਨੂੰ ਪਛਾਣਦਾ। ਫਿਰ ਅੱਗੇ ਜਾ ਕੇ ਭਾਈ ਗੁਰਦਾਸ ਜੀ ਨੇ ਇਹਦਾ ਨਿਰਣਾ ਇਹ ਕੱਢਿਆ ਵੀ ਤਿਵੇਂ ਸਿੱਖ ਨੇ ਵੀ ਗੁਰਬਾਣੀ ਦੀ ਪਛਾਣ ਕਰਨੀ। ਇਹ ਨਹੀਂ ਵੀ ਕੋਈ ਤੁਹਾਨੂੰ ਜਿਹੜਾ ਮਰਜ਼ੀ ਮਗਰ ਲਾ ਕੇ ਤੇ ਆਪਣੇ ਨਾਲ ਜਿਹੜਾ ਉਹ ਲੈ ਜੇ। ਇਹ ਜਿਹੜੀ ਪਛਾਣ ਹੈ ਇਹ ਸਾਨੂੰ ਇਸ ਤਰੀਕੇ ਨਾਲ ਜਿਹੜੀ ਹੋਣੀ ਚਾਹੀਦੀ ਹੈ। ਸੋ ਜਿਹੜਾ ਇਤਿਹਾਸ ਦਾ ਵੀ ਪੱਖ ਹੈ ਇਹ ਸਾਨੂੰ ਆਪ ਪੜ੍ਹਨਾ ਚਾਹੀਦਾ ਹੈ, ਆਪ ਵਿਚਾਰਨਾ ਚਾਹੀਦਾ ਹੈ ਤੇ ਆਪ ਇਸ ਇਤਿਹਾਸ ਨੂੰ ਜਿਹੜਾ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਮੈਂ ਭਾਈ ਮਨੀ ਸਿੰਘ ਜੀ ਦੇ ਇਤਿਹਾਸ ਨੂੰ ਇੱਥੇ ਥੋੜਾ ਜਿਹਾ ਸੰਖੇਪ ਦੇ ਵਿੱਚ ਰੱਖ ਕੇ ਤੇ ਫਿਰ ਆਪਾਂ ਅਗਲੀ ਜਿਹੜੀ ਗੱਲਬਾਤ ਸ਼ੁਰੂ ਕਰਦੇ ਹਾਂ। ਜੀ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਮੈਂ ਇੱਕ ਬੇਨਤੀ ਵਿੱਚ ਹੋਰ ਕਰਨੀ ਚਾਹੁੰਦਾ ਵੀ ਕੋਸ਼ਿਸ਼ ਕੀਤੀ ਸੀ ਇਸ ਵਾਰ, ਹਾਲਾਂਕਿ ਜਿੰਨੇ ਸਾਡੇ ਕੋਲ ਸਾਧਨ ਆ ਵੀ ਕਾਲ ਵੀ ਜੇ ਕੋਈ ਵੀਰ ਕਰੂਗਾ ਤੇ ਆਪਾਂ ਲਵਾਂਗੇ। ਤੇ ਇੱਕ ਕਾਲ ਆ ਰਹੀ ਹੈ, ਆਪਾਂ ਹੁਣ ਲਈ ਨਹੀਂ, ਤੁਸੀਂ ਗੱਲ ਕਰ ਲਓ 1 ਮਿੰਟ, ਫਿਰ ਆਪਾਂ ਕਾਲ ਲੈਂਦੇ ਹਾਂ। ਭਾਈ ਮਨੀ ਸਿੰਘ ਜੀ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਹਿਣ ਤੇ ਦਰਬਾਰ ਸਾਹਿਬ ਦੇ ਵਿੱਚ ਆਣ ਕੇ ਤੇ ਜਿਹੜਾ ਆਪਣਾ ਅਗਲਾ ਪ੍ਰਬੰਧ ਹੈ ਉਹਨੂੰ ਸੰਭਾਲਦੇ ਨੇ ਜੀ। ਤੇ ਇਸ ਤੋਂ ਬਾਅਦ ਤਤ ਖਾਲਸਾ ਤੇ ਬੰਦਈ ਖਾਲਸਾ ਦਾ ਜਿਹੜਾ ਝਗੜਾ ਹੈ ਇਹ ਇੱਕ ਦੂਜੇ ਨਾਲ ਪੈਂਦਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ। ਸਿੱਖਾਂ ਤੇ ਜਿਹੜਾ ਹੈ ਉਹ ਬੜਾ ਔਖਾ ਸਮਾਂ ਜਿਹੜਾ ਹੈ ਉਹ ਉਸ ਵਕਤ ਲੰਘ ਰਿਹਾ ਹੈ। ਸਿੱਖ ਉਸ ਔਖੇ ਸਮੇਂ ਨੂੰ ਹੰਢਾ ਰਹੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਸਮਾਂ ਆਉਂਦਾ ਹੈ ਤੇ ਉਸ ਵਕਤ ਸਿੱਖਾਂ ਦਾ ਆਗੂ ਇੱਕੋ ਇੱਕ ਹੀ ਹੈ, ਭਾਈ ਮਨੀ ਸਿੰਘ। ਤੇ ਭਾਈ ਮਨੀ ਸਿੰਘ ਹੀ ਉੱਥੇ ਆਣ ਕੇ ਉਹਨਾਂ ਦੋਵਾਂ ਦਾ ਨਿਪਟਾਰਾ ਕਰਦੇ ਨੇ। ਉਸ ਝਗੜੇ ਨੂੰ ਨਿਪਟਾ ਕੇ ਤੇ ਭਾਈ ਮਨੀ ਸਿੰਘ ਜੀ ਉਸ ਖਾਲਸਾ ਪੰਥ ਦੀ ਜਿਹੜੀ ਧਾਰਾ ਹੈ ਉਹਦੇ ਨਾਲ ਫਿਰ ਉਹਨਾਂ ਨੂੰ ਜਿਹੜਾ ਸ਼ਾਮਲ ਕਰ ਲੈਂਦੇ। ਅੱਛਾ, ਇੱਕ ਗੱਲ ਹੋਰ ਤੁਸੀਂ ਇੱਥੇ ਮਾੜੀ ਜੀ ਐਡ ਕਰ ਲੈਨੇ ਆਪਾਂ ਕਿ ਵੇਖੋ ਇਹ ਰੌਲਾ ਚਰਚਾ ਕਿੰਨੀ ਹੋ ਰਹੀ ਹੈ ਵੀ ਝਗੜਾ ਪੈ ਗਿਆ, ਫਿਰ ਝਗੜਾ ਕਿੱਦਾਂ ਨਿਪਟਾਇਆ ਗਿਆ। ਇਹਦੇ ਤੇ ਨਹੀਂ ਚਰਚਾ ਹੋ ਰਹੀ ਵੀ ਉਹ ਕਿੱਡਾ ਮਹਾਨ ਬੰਦਾ ਹੋਣਾ, ਕਿੰਨੀ ਉਸ ਦੀ ਸ਼ਖਸੀਅਤ ਦਾ ਪ੍ਰਭਾਵ ਹੋਣਾ ਵੀ ਉਹਨੇ ਝਗੜਾ ਨਿਬੇੜਤਾ। ਬਿਲਕੁਲ, ਗੱਲ ਇਹ ਹੈ, ਗੱਲ ਇਹ ਨਹੀਂ ਵੀ ਝਗੜਾ ਨਿਬੇੜਿਆ ਕਿਵੇਂ ਗਿਆ, ਗੱਲ ਇਹ ਹੈ ਵੀ ਉਸ ਸ਼ਖਸੀਅਤ ਨੇ ਝਗੜਾ ਨਿਬੇੜ ਦਿੱਤਾ। ਬਿਲਕੁਲ। ਸੋ ਸਾਨੂੰ ਇਹ ਸਮਝਣ ਦੀ ਲੋੜ ਸੀ, ਸਾਰਾ ਫੋਕਸ ਸਾਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਸੀਗਾ ਵੀ ਝਗੜਾ ਨਿਬੇੜਿਆ ਗਿਆ। ਹਾਂਜੀ, ਨਿਬੇੜਿਆ ਕਿਵੇਂ ਗਿਆ ਉਹਦੇ ਤੇ ਜਿਹੜੀ ਉਹ ਚਰਚਾ ਹੁੰਦੀ ਹੈ। ਖੈਰ ਆਪਾਂ ਕਾਲ ਜਿਹੜੀ ਆ ਉਹ ਲੈ ਲੈਨੇ ਆ। ਹਾਂਜੀ 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 ਤੁਸੀਂ ਜੀ ਜੀ ਹਾਂਜੀ 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 ਪਰ ਇੱਕ ਦੁਖਦਾਈ ਪੱਖ ਜਿਹੜਾ ਇਹ ਆ ਵੀ ਅਸੀਂ ਅੱਜ ਤੱਕ ਮਨਮਤ ਬਾਰੇ ਤੇ ਬੋਲਦੇ ਸਾਂ ਜਾਂ ਮਤਲਬ ਜੇ ਕੋਈ ਦੇਹਧਾਰੀ ਗੁਰੂ ਆ ਜਾਂ ਗੁਰਮਤ ਤੋਂ ਉਲਟ ਗੱਲ ਉਹਦੇ ਬਾਰੇ ਤੇ ਬੋਲਦੇ ਹਾਂ। ਪਰ ਕਿੱਦਾਂ ਦਾ ਮਾਹੌਲ ਕੌਮ ਦੇ ਵਿੱਚ ਕੁਝ ਲੋਕਾਂ ਵੱਲੋਂ ਕ੍ਰੀਏਟ ਕਰ ਦਿੱਤਾ ਗਿਆ ਕਿ ਅੱਜ ਸਾਨੂੰ ਆਪਣੇ ਨਾਇਕਾਂ ਬਾਰੇ ਲੋਕਾਂ ਨੂੰ ਦੱਸਣਾ ਪੈ ਰਿਹਾ। ਬਿਲਕੁਲ ਬਿਲਕੁਲ ਜੀ। ਮਤਲਬ ਭਾਈ ਮਨੀ ਸਿੰਘ ਜਿਹੜੇ ਆ ਹਨਾ, ਉਹਨਾਂ ਨੂੰ ਕੋਈ ਮੇਰੇ ਕਹਿ ਰਿਹਾ, ਬਾਬਾ ਦੀਪ ਸਿੰਘ ਨੂੰ ਕੋਈ ਗਦਾਰ ਕਹਿ ਰਿਹਾ, ਉਹਨਾਂ ਦੇ ਬਾਰੇ ਅਸੀਂ ਡਟ ਕੇ ਦੱਸਿਆ ਵੀ ਨਹੀਂ ਏਦਾਂ ਨਹੀਂ ਸੀ ਹੈਗੇ, ਏਦਾਂ ਨਹੀਂ ਅਸੀਂ ਹੈਗੇ। ਜਿਹੜੀ ਗੱਲ ਤੁਸੀਂ ਇੱਕ ਪੁਆਇੰਟ ਦੇ ਵਿੱਚ ਰੇਸ ਕੀਤਾ ਸੀ, ਉਹਦੀ ਇੱਕ ਵਜ੍ਹਾ ਤੇ ਇਹ ਆ ਕਿ ਜਿਹੜੇ ਇਹ ਪੁਆਇੰਟ ਰੇਸ ਇਹ ਚੁੱਕਣ ਵਾਲੇ ਆ, ਜਿਹੜੇ ਰੇਸ ਕਰਨ ਵਾਲੇ ਆ, ਇਹਨਾਂ ਨੇ ਆਪ ਇਤਿਹਾਸ ਦੀ ਸਟੱਡੀ ਨਹੀਂ ਕੀਤੀ। ਦੂਜੀ ਇਹ ਗੱਲ ਆ ਵੀ ਈਰਖਾ ਦਾ ਸ਼ਿਕਾਰ ਹੋ ਕੇ ਇਹ ਜਿਹੜੀ ਸਾਰੀ ਗੱਲਬਾਤ ਆ ਨਿਕਲ ਕੇ ਆਈ ਬਾਹਰ। ਫੋਰ ਐਗਜ਼ਾਮਪਲ ਟਕਸਾਲ ਦੀ ਵਿਰੋਧਤਾ ਸੀ ਤੇ ਟਕਸਾਲ ਨੇ ਆਪਣੇ ਆਪ ਨੂੰ ਭਾਈ ਮਨੀ ਸਿੰਘ ਨਾਲ ਜੋੜਿਆ ਜਾਂ ਬਾਬਾ ਦੀਪ ਸਿੰਘ ਨਾਲ ਜੋੜਿਆ। ਇਹ ਪੁਆਇੰਟ ਨਿਕਲਿਆ ਹੋ ਕੇ ਅੱਗੇ ਜਿਨ੍ਹਾਂ ਲੋਕਾਂ ਨੇ ਕੈਚ ਕੀਤਾ ਉਹਨਾਂ ਨੇ ਇਤਿਹਾਸ ਪੜ੍ਹਿਆ ਨਹੀਂ। ਬਿਲਕੁਲ ਜੀ। ਮਤਲਬ ਜਿਹੜੇ ਆਮ ਲੋਕਾਂ ਦੇ ਵਿੱਚ ਇਹ ਗੱਲ, ਮੰਨ ਲਓ ਅੱਜ ਕੋਈ ਫੇਸਬੁੱਕ ਦੇ ਉੱਤੇ ਕੋਈ ਬੰਦਾ ਸਿੰਘ ਬਹਾਦਰ ਦੇ ਬੱਚੇ ਦੇ ਬਾਰੇ ਕੋਈ ਗੱਲ ਕਰ ਰਿਹਾ ਜਾਂ ਬਾਬਾ ਦੀਪ ਸਿੰਘ ਦੇ ਬਾਰੇ ਕੋਈ ਗੱਲ ਕਰ ਰਿਹਾ ਜਾਂ ਭਾਈ ਮਨੀ ਸਿੰਘ ਬਾਰੇ ਕੋਈ ਗੱਲ ਕਰ ਰਿਹਾ ਤੇ ਉਹ ਪਹਿਲਾਂ ਕਦੇ ਨਹੀਂ ਸੀ ਹੋਇਆ। ਇਹਨਾਂ ਲੋਕਾਂ ਨੇ ਇਹ ਪੁਆਇੰਟ ਰੇਸ ਕੀਤਾ ਟਕਸਾਲ ਦੀ ਵਿਰੋਧਤਾ ਕਰਕੇ ਤੇ ਜਿਨ੍ਹਾਂ ਲੋਕਾਂ ਨੇ ਇਸ ਗੱਲ ਨੂੰ ਕੈਚ ਕੀਤਾ ਜਾਂ ਮਤਲਬ ਉਹਨਾਂ ਦੀਆਂ ਦਲੀਲਾਂ ਪਿੱਛੇ ਲੱਗ ਕੇ, ਜਿਹੜੀਆਂ ਥੋਥੀਆਂ ਦਲੀਲਾਂ ਸੀ ਉਹਦੇ ਪਿੱਛੇ ਲੱਗ ਕੇ ਜਿਹੜੇ ਲੋਕ ਬੋਲੇ, ਉਹਨਾਂ ਨੇ ਆਪ ਇਤਿਹਾਸ ਪੜ੍ਹਿਆ ਨਹੀਂ ਸੀ, ਸਟੱਡੀ ਨਹੀਂ ਸੀ। ਜਿਵੇਂ ਸ਼ਮਸ਼ੇਰ ਸਿੰਘ ਹੋਣੀ ਦੀ ਗੱਲ ਕਰ ਰਹੇ ਸੀ ਕਿ ਭਾਈ ਮਨੀ ਸਿੰਘ ਕਿੱਥੋਂ ਕਿੱਥੋਂ ਉਹ ਚੱਲੇ। ਤੁਸੀਂ ਗੱਲ ਕੀਤੀ ਕਿ ਭਾਈ ਮਨੀ ਸਿੰਘ ਜਿਹੜੇ ਆ ਮਤਲਬ ਉਹਨਾਂ ਨੇ ਦਰਬਾਰ ਸਾਹਿਬ ਦੀ ਸੇਵਾ ਸੰਭਾਲੀ। ਜਿਸ ਬੰਦੇ ਨੇ ਆਪਣਾ ਪੂਰੇ ਦਾ ਪੂਰਾ ਪਰਿਵਾਰ ਗੁਰੂ ਨੂੰ ਸਮਰਪਿਤ ਕਰ ਦਿੱਤਾ, ਪੀੜੀਆਂ ਪੀੜੀਆਂ ਕਹਿ ਲਓ ਤੁਸੀਂ। ਹਾਂ, ਮਤਲਬ ਉਹਨੇ ਪਿੱਛੇ ਕੀ ਰੱਖ ਲਿਆ, ਜਿਹਨੇ ਆਪਣੇ ਬੱਚੇ ਦੇ ਦਿੱਤੇ। ਬਾਬਾ ਬਚਿੱਤਰ ਸਿੰਘ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ। ਫਿਰ ਜਦੋਂ ਅੰਮ੍ਰਿਤਸਰ ਦੀ ਜੰਗ ਹੋਈ, ਜਦੋਂ ਚੌਧਰੀ ਜਿਹੜਾ ਆਪਾਂ ਗੱਲ ਕਰਦੇ 1709 ਦੀ ਜਿਹੜੀ ਹਰਸਹਾਏ ਚੌਧਰੀ, ਉਦੋਂ ਭਾਈ ਮਨੀ ਸਿੰਘ ਡਟ ਕੇ ਮੁਕਾਬਲਾ ਕਰਦੇ ਆ। ਤੇ ਸੋ ਇਹ ਸਾਰੀਆਂ ਗੱਲਾਂ ਸੀ ਜਿਹੜੀਆਂ ਪੜ੍ਹਨੀਆਂ ਸਮਝਣੀਆਂ ਸੀ। ਪਰ ਮੇਨ ਜਿਹੜਾ ਇਸ਼ੂ ਹੁੰਦਾ ਇਹੋ ਹੀ ਆ ਕਿ ਅੱਜ ਜਿਹੜਾ ਸਿਰਫ ਤਰਕ ਆਧਾਰਿਤ ਗੱਲ ਕਰਕੇ, ਜਿਹੜਾ ਇਤਿਹਾਸ ਦੀ ਖੋਜ ਪੜਚੋਲ ਜਿਹੜੀ ਨਾ ਕਰਕੇ ਕੁਝ ਲੋਕ ਗੱਲ ਪਾ ਰਹੇ ਆ ਏਦਾਂ ਦੀ ਜਿਹੜੀ ਦਲੀਲਬਾਜ਼ੀ ਟੁੱਚਾ ਡਾ ਰਿਹਾ, ਜਿਹਦਾ ਕਰਕੇ ਸਾਰਾ ਮਾਹੌਲ ਜਿਹੜਾ ਕ੍ਰੀਏਟ ਹੋ ਰਿਹਾ ਕਿ ਸਾਨੂੰ ਭਾਈ ਮਨੀ ਸਿੰਘ ਨੂੰ ਵੀ ਸਾਬਤ ਕਰਨਾ ਪੈ ਰਿਹਾ ਠੀਕ। ਭਾਈ ਲੋਕੋ ਇਹ ਭਾਈ ਮਨੀ ਸਿੰਘ ਬੀਨਾ ਜਾਂ ਗਦਾਰ ਨਹੀਂ ਸੀ। ਮੈਂ ਤੇ ਕਹਿਣਾ ਵੀਰ ਜੀ, ਸਗੋਂ ਸਾਨੂੰ ਭਾਈ ਮਨੀ ਸਿੰਘ ਜੀ ਦੇ ਸੋਲੇ ਆਪਣੀਆਂ ਸਿੱਖ ਸਟੇਜਾਂ ਤੋਂ ਗਾਉਣੇ ਚਾਹੀਦੇ। ਸਾਡੀ ਜ਼ੁਬਾਨ ਥੱਕ ਜਾਂਦੀ ਪਰ ਉਹਨਾਂ ਦਾ ਇਤਿਹਾਸ ਨਹੀਂ ਸੀ ਮੁੱਕਣ ਵਾਲਾ। ਪਰ ਅੱਜ ਬਿਲਕੁਲ ਹੀ ਇਹ ਚੀਜ਼ ਉਲਟ ਹੋ ਗਈ ਹੈ। ਹਾਂ, ਜਿੱਥੇ ਅਸੀਂ ਕਹਿ ਰਹੇ ਹਾਂ ਵੀ ਸਰਕਾਰਾਂ ਨੇ ਜਾਂ ਸਿਲੇਬਸ ਦਾ ਪਾਰਟ ਨਹੀਂ ਇਹ ਚੀਜ਼ਾਂ ਬਣੀਆਂ, ਉੱਥੇ ਮਤਲਬ ਸਾਡੀ ਵੀ ਕਮਜ਼ੋਰੀ ਰਹੀ ਵੀ ਅਸੀਂ ਇਹਨਾਂ ਪਾਤਰਾਂ ਨੂੰ ਸਟੇਜ ਤੋਂ ਸੰਗਤਾਂ ਦੇ ਸਾਹਮਣੇ ਉਭਾਰਨ ਵਿੱਚ ਜਿਹੜੇ ਆ ਉਹ ਕਾਮਯਾਬ ਨਹੀਂ ਹੋਏ ਜਾਂ ਲੋਕਾਂ ਦੇ ਦਿਲਾਂ 'ਚ ਇਹ ਗੱਲ ਪੈਦਾ ਨਹੀਂ। ਧੰਨਵਾਦ ਵੀਰ ਗੁਰਸ਼ਰਨ ਸਿੰਘ ਜੀ। ਪ੍ਰਚਾਰਕ ਕਿੱਦਾਂ ਉਹਦਾ ਰੌਲਾ ਪਾਉਂਦੇ ਆ, ਪਰ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਵਰਗੀਆਂ ਸ਼ਖਸੀਅਤਾਂ ਨੂੰ ਕੋਈ ਘੱਟੇ ਉਹਦੇ ਬਾਰੇ ਕੋਈ ਆਵਾਜ਼ ਨਹੀਂ ਚੁੱਕ ਰਿਹਾ ਜਾਂ ਕੋਈ ਉਹਦੇ ਬਾਰੇ ਗੱਲਬਾਤ ਨਹੀਂ ਕਰ ਰਿਹਾ। ਬਿਲਕੁਲ ਜੀ, ਬਿਲਕੁਲ। ਧੰਨਵਾਦ ਜੀ, ਧੰਨਵਾਦ ਵੀਰ ਗੁਰਸ਼ਰਨ ਸਿੰਘ ਜੀ। ਓਕੇ ਵੀਰ, ਧੰਨਵਾਦ।
ਹਾਂਜੀ, ਬੜੀ ਪਿਆਰੀ ਗੱਲ ਵੀਰ ਗੁਰਸ਼ਰਨ ਸਿੰਘ ਜੀ ਹੁਣਾਂ ਨੇ ਸਾਡੇ ਨਾਲ ਜਿਹੜੀ ਉਹ ਸਾਂਝੀ ਕੀਤੀ ਵੀ ਵੇਖੋ ਇਹ ਸੱਚੀ ਮੁੱਚੀ ਸੋਚਣ ਵਾਲੀ ਗੱਲ ਆ ਵੀ ਅੱਜ ਅਸੀਂ ਇਹ ਹਮੇਸ਼ਾ ਇੱਕ ਸਾਨੂੰ ਸਾਰਿਆਂ ਨੂੰ ਗਿਲਾ ਰਿਹਾ ਆ ਸਿੱਖੀ ਸੋਚ ਵਾਲਿਆਂ ਨੂੰ ਵੀ ਸਾਡੇ ਨਾਇਕਾਂ ਦੇ ਨਾਲ ਬੜਾ ਕੁਝ ਕੂੜ ਕਬਾੜ ਜੋੜ ਕੇ ਲੋਕਾਂ ਨੂੰ ਦੱਸਿਆ ਗਿਆ ਤੇ ਠੀਕ ਆ ਵਿਰੋਧੀ ਨੇ ਤਾਂ ਤੁਹਾਡਾ ਚੰਗਾ ਪੱਖ ਦੱਸਣਾ ਹੀ ਨਹੀਂ ਹੁੰਦਾ ਕਿਉਂਕਿ ਫਿਰ ਉਹ ਵਿਰੋਧੀ ਕਿਉਂ ਹੈ। ਬਿਲਕੁਲ, ਕਿ ਜੇ ਉਹ ਹੀ ਤੁਹਾਡੇ ਬਾਰੇ ਚੰਗਾ ਦੱਸਦੇ ਉਹਨੇ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਗਲਤ ਫਹਿਮੀਆਂ ਵੀ ਪੈਦਾ ਕਰਨੀਆਂ ਹੁੰਦੀਆਂ ਤੇ ਲੋਕਾਂ ਦੇ ਦਿਲਾਂ 'ਚ ਤੁਹਾਡੀ ਛਾਪ ਮਿਟਾਉਣੀ ਵੀ ਹੁੰਦੀ। ਬਟ ਦੁੱਖ ਉਹਨਾਂ ਦਾ ਆ ਵੀ ਜਿਹੜੇ ਬੰਦੇ ਜਦੋਂ ਨਿੱਜ ਦੀ ਗੱਲ ਆਵੇ, ਮੇਰੀ ਨਿੱਜ ਦੀ ਗੱਲ ਆਵੇ ਤਾਂ ਮੈਂ ਉਹਨੂੰ ਤਾਂ ਬੜੇ ਵੱਡੇ ਪੱਧਰ ਤੇ ਹਾਈਲਾਈਟ ਕਰਾਂ, ਪਰ ਜਦੋਂ ਕੋਈ ਕੌਮ ਦੀ ਗੱਲ, ਜਦੋਂ ਇਸ ਤਰ੍ਹਾਂ ਦੇ ਨਾਇਕਾਂ ਦੀ ਗੱਲ ਆਵੇ ਜਿਹੜੀ ਵੀਰ ਗੁਰਸ਼ਰਨ ਸਿੰਘ ਜੀ ਕਰਦੇ ਸੀ ਤੇ ਪਤਾ ਨਹੀਂ ਅਸੀਂ ਕਿਉਂ ਜਿਹੜੇ ਆ ਉਹ ਕਈ ਵਾਰ ਸ਼ਾਂਤ ਹੋ ਜਾਂਦੇ ਆ। ਸੋ ਇਹ ਸੋਚਣ ਦਾ ਵਿਸ਼ਾ ਆ। ਆਪਾਂ ਭਾਈ ਮਨੀ ਸਿੰਘ ਤੇ ਗੱਲ ਜਿਵੇਂ ਕਰ ਰਹੇ ਸੀ, ਅਗਲਾ ਪੱਖ ਜਿਹੜਾ ਕਿਉਂਕਿ ਸਮਾਂ ਜਿਹੜਾ ਹੈ ਉਹ ਬਹੁਤਾ ਨਹੀਂ ਸਾਡੇ ਕੋਲ, ਬਾਣੀ ਦੇ ਵਿੱਚ ਜਿਵੇਂ ਇਤਿਹਾਸ ਨਾਲ ਹੋਇਆ ਆ ਸੇਮ ਬਾਣੀ ਨਾਲ ਵੀ ਇਦਾਂ ਹੀ ਹੋਇਆ। ਮਤਲਬ ਬੰਦੇ ਬਹੁਤ ਦੂਰ ਯਾਤਰਾ ਕਰਨ ਜਾਂਦੇ ਤੇ ਨਕਮਸਤਕ ਹੋ ਕੇ ਪਰਤ ਆਉਂਦੇ, ਪਰ ਜਿਹਨੂੰ ਮੱਥਾ ਟੇਕਦੇ ਨਾ, ਜਿਹਨੂੰ ਨਮਸਕਾਰ ਕਰਦੇ, ਇਹ ਇੱਕ ਆਪਣੇ ਆਪ 'ਚ ਬੜੀ ਵੱਡੀ ਗੱਲ ਆ। ਵੀ ਜਿਵੇਂ ਆਪਾਂ ਪਿੱਛੇ ਗੱਲ ਕਰਦੇ ਸੀ ਵੀ ਇਤਿਹਾਸ ਵਿੱਚੋਂ ਤੁਹਾਡੇ ਇਹ ਨਾਇਕ ਖਤਮ ਕਰ ਦਿੱਤੇ ਜਾਣ ਤੇ ਜਿਵੇਂ ਉਹ ਬੋਲ ਆਉਂਦੇ ਆ ਵੀ ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਪਰ ਸੋ ਕੌਮ ਮਿਲਟ ਜਾਂਦੀ ਗਲਤ ਹਰਫ ਵਾਂਗਰ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਹੁਣ ਏਦਾਂ ਹੀ ਜਿਹੜੇ ਬੰਦੇ ਇਤਿਹਾਸ ਭੁੱਲਦੇ ਆ ਉਹ ਵੀ ਖਤਮ ਹੁੰਦੇ ਆ ਤੇ ਜਿਨ੍ਹਾਂ ਦੀ ਰੀੜ ਦੀ ਹੱਡੀ ਬਾਣੀ ਹੈ, ਜਿਹਨੂੰ ਆਪਾਂ ਬਾਣੀ 'ਚ ਏਦਾਂ ਕਹਿੰਦੇ ਆ ਵੀ ਗੁਰੂ ਸਾਹਿਬ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਤੇ ਉਸ ਬਾਰੇ ਬਾਣੀ ਕਹਿੰਦੀ ਹੈ ਜਿਉਂ ਪੱਕਾ ਰੋਗੀ ਵਿਲੜਾਏ। ਪੱਕਾ ਰੋਗੀ ਦਾ ਮਤਲਬ ਹੁੰਦਾ ਵੀ ਇੱਕ ਰੋਗ ਹੁੰਦਾ ਲੱਗ ਗਿਆ ਤੇ ਲੱਥ ਗਿਆ। ਬਾਣੀ ਭੁੱਲੂਗੀ ਤੇ ਕੌਮ ਦੇ ਗਲ ਉਹ ਰੋਗ ਲੱਗ ਜਾਣਾ ਆ ਜਿਹੜਾ ਲੱਥਣਾ ਨਹੀਂ। ਹਨਾ ਕਿ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਵੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਤੇ ਫਿਰ ਬੰਦਾ ਜਿਵੇਂ ਅਣਜਾਣ ਕਹਿੰਦਾ ਵੀ ਗੁਰੂ ਸਾਹਿਬ ਦੱਸ ਤਾਂ ਦਿਓ ਕਿਵੇਂ ਗਾਉਣੇ ਆ। ਗੁਣ ਗਾਉਣ ਦੀ ਗੱਲ ਤਾਂ ਕਰਦੇ ਹੋ ਤੁਸੀਂ। ਜਿਵੇਂ ਮੈਂ ਕੱਲ ਇੱਕ ਗੱਲ ਕੀਤੀ ਸੀ ਵੀ ਜਦੋਂ ਬਾਣੀ ਨੂੰ ਪੜ੍ਹਨ ਦੀ ਗੱਲ ਚੱਲਦੀ ਨਾ, ਤੇ ਹੁਣ ਆਪਾਂ ਵੀ ਕਈ ਵਾਰ, ਤੁਸੀਂ ਵੀ ਕਹਿੰਦੇ ਹੋ, ਮੈਂ ਵੀ ਕਹਿੰਦਾ, ਅਸੀਂ ਬੜੀ ਵਾਰ ਸਟੇਜ ਤੋਂ ਕਹਿੰਦੇ ਆ ਵੀ ਬਾਣੀ ਪੜ੍ਹ ਕੇ ਜੇ ਤੁਸੀਂ ਸਮਝੀ ਨਹੀਂ ਤੇ ਪੜ੍ਹਨ ਦਾ ਬਹੁਤਾ ਫਾਇਦਾ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਵੀ ਪੜ੍ਹਨੀ ਛੱਡਣੀ। ਇਹਦੇ ਇਹ ਅਰਥ ਕਿਤੇ ਨਹੀਂ ਬਣਦੇ, ਨਾ ਅਸੀਂ ਕਹਿ ਹੀ ਰਹੇ ਆ ਵੀ ਜੇ ਪੜ੍ਹਦਾ ਆ ਤੇ ਇਹਨੂੰ ਸਮਝ ਵੀ। ਹੁਣ ਜਿਹੜਾ ਬੰਦਾ ਕਹਿ ਰਿਹਾ ਵੀ ਮੈਨੂੰ ਬਾਣੀ ਸਮਝ ਆ ਰਹੀ ਪਰ ਉਹ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ, ਉਹ ਉਹਦੇ ਨਾਲੋਂ ਵੀ ਖਤਰਨਾਕ ਹੈ ਜਿਹਨੂੰ ਸਮਝ ਨਹੀਂ ਆਈ ਹੈ। ਮਤਲਬ ਕੋਈ ਇੱਕ ਬੰਦਾ ਕਹਿ ਰਿਹਾ ਵੀ ਮੈਨੂੰ ਸਮਝ ਨਹੀਂ, ਮੈਂ ਪੜ੍ਹਦਾ ਹੀ ਆ, ਸਮਝ ਨਹੀਂ ਆਈ। ਇੱਕ ਬੰਦਾ ਕਹਿੰਦਾ ਵੀ ਮੈਨੂੰ ਸਮਝ ਬਹੁਤ ਆਈ ਹੈ ਪਰ ਜ਼ਿੰਦਗੀ 'ਚ ਹੈ ਨਹੀਂ, ਉਹ ਜੀਵਨ 'ਚ ਲਾਗੂ ਨਹੀਂ ਹੋਈ। ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਉਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਜਿਹੜਾ ਪੜ੍ਹ ਰਿਹਾ ਤੇ ਉਹਨੂੰ ਸਮਝ ਨਹੀਂ ਅਜੇ ਆਈ ਵੀ ਉਹਨੂੰ। ਹੁਣ ਇਹ ਐਗਜ਼ਾਮਪਲ ਇਹ ਹੈ ਵੀ ਕੋਈ ਆਮ ਬੰਦਾ ਕਿਸੇ ਦਾ ਨੁਕਸਾਨ ਕਰੂ ਤੇ ਬਹੁਤਾ ਨਹੀਂ ਕਰ ਸਕਦਾ, ਪਰ ਜਦੋਂ ਇੱਕ ਪੜ੍ਹਿਆ ਲਿਖਿਆ ਕਿਸੇ ਦਾ ਨੁਕਸਾਨ ਕਰੂ ਤੇ ਉਹ ਦੂਜੇ ਨਾਲ ਵੱਧ ਕਰੂਗਾ। ਉਹ ਅਗਿਆਨਤਾ ਨਾਲੋਂ ਵੀ ਜ਼ਿਆਦਾ ਖਤਰਨਾਕ ਜਿਹੜਾ ਗਿਆਨ ਹੁੰਦਾ ਹੈ। ਹਾਂ, ਨਾਲੇ ਦੇਖੋ ਜਿਹੜਾ ਕਹਿ ਰਿਹਾ ਵੀ ਮੈਂ ਪੜ੍ਹ ਰਿਹਾ ਮੈਨੂੰ ਸਮਝ ਨਹੀਂ ਅਜੇ ਆਉਂਦੀ, ਉਹਨੂੰ ਕਿਸੇ ਦਿਨ ਸਮਝਾ ਲੋਗੇ। ਕੋਈ ਦਿਨ ਆਊਗਾ ਜਿੱਦਣ ਉਹ ਅੱਜ ਪੜ੍ਹ ਰਿਹਾ ਵਾ ਤੇ ਕੱਲ ਨੂੰ ਉਹ ਸਮਝ ਜੂਗਾ। ਪਰ ਜਿਹੜਾ ਕਹਿ ਰਿਹਾ ਮੈਨੂੰ ਸਮਝ ਆ ਰਹੀ ਹੈ ਪਰ ਉਹ ਲਾਗੂ ਨਹੀਂ ਕਰ ਪਾ ਰਿਹਾ, ਉਹਦੇ ਤੇ ਚੱਲ ਨਹੀਂ ਰਿਹਾ, ਉਸ ਬੰਦੇ ਨੂੰ ਤਾਂ ਸਮਝਾਇਆ ਵੀ ਨਹੀਂ ਨਾ ਜਾ ਸਕਦਾ। ਉਹ ਤਾਂ ਪ੍ਰਿਥੀ ਚੰਦ ਵਾਲੀ ਕੈਟਾਗਰੀ ਹੈ ਨਾ, ਸ੍ਰੀ ਚੰਦ ਵਾਲੀ ਕੈਟਾਗਰੀ ਹੈ ਵੀ ਉਹਨੂੰ ਤੁਸੀਂ ਸਮਝਾ ਨਹੀਂ ਸਕਦੇ। ਸੋ ਇਸ ਲਈ ਜਦੋਂ ਬਾਣੀ ਦੀ ਗੱਲ ਵੀ ਚੱਲਦੀ ਹੈ ਤੇ ਸਾਰੇ ਪੱਖ ਬਾਣੀ ਦੇ ਜਿਹੜੇ ਆ ਉਹ ਤੋੜ ਮਰੋੜ ਕੇ ਉਹਦੇ ਮੂਲ ਸੰਦਰਭ ਨਾਲੋਂ ਟੁੱਟ ਕੇ ਜਾਂ ਬਾਣੀ ਦੀ ਵਿਆਖਿਆ ਦਾ ਆਪਣਾ ਇੱਕ ਪ੍ਰਮਾਣਿਕ ਤੱਤ ਆ ਜਿਹੜਾ ਜੇ ਤੁਸੀਂ ਛੱਡ ਦੋਗੇ, ਮੰਨ ਲਓ ਵੀ ਰਹਾਓ ਵਾਲਾ ਬੰਦ ਰਾਗੀ ਵੀਰਾਂ ਨੇ ਛੱਡਤਾ ਤੇ ਬਾਣੀ ਦੇ ਅਰਥਾਂ ਦਾ ਹੋਰ ਹੀ ਕੁਝ ਬਣ ਗਿਆ। ਕਿ ਅਰਥ ਰਹਾਓ ਵਾਲੇ ਬੰਦ ਤੋਂ ਹੀ ਸਮਝ ਆਉਣੇ ਸੀ। ਏਦਾਂ ਹੀ ਜਿਵੇਂ ਮੈਂ ਪਿਛਲੇ ਦਿਨੀ ਇੱਕ ਜ਼ਿਕਰ ਕੀਤਾ ਸੀ ਕਿ ਆਸਾ ਦੀ ਵਾਰ ਦਾ ਕੀਰਤਨ ਜਦੋਂ ਹੁੰਦਾ ਨਾ ਤੇ ਉੱਥੇ ਤਬਲੇ ਵਾਲਾ ਵੀਰ ਜਿਹੜਾ ਪੌੜੀ ਨੂੰ ਦੁਬਾਰਾ ਪੜ੍ਹਦਾ ਆਮ ਕਰਕੇ। ਉਹ ਤਾਂ ਪੜ੍ਹਦਾ ਕਿਉਂਕਿ ਉਹ ਬੇਸ ਪੌੜੀ ਵਿੱਚ ਹੈ ਉਹਦਾ। ਮਤਲਬ ਜੇ ਤੁਸੀਂ ਬਾਣੀ ਵਾਰਾਂ ਪੜ੍ਹਨੀਆਂ ਤੇ ਪੌੜੀ ਬੇਸ ਹੈ, ਜੇ ਤੁਸੀਂ ਸ਼ਬਦ ਪੜ੍ਹਨੇ ਆ ਤੇ ਰਹਾਓ ਬੇਸ ਹੈ। ਫਿਰ ਰਹਾਓ ਬੇਸ ਦੇ ਨਾਲ ਨਾਲ ਇਹ ਵੇਖਣਾ ਪੈਣਾ ਵੀ ਸਿਹਾਰੀ, ਔਂਕੜ, ਵਿਸ਼ਰਾਮ, ਉਚਾਰਨ, ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਕੰਮ ਕਰਦੀਆਂ। ਹੁਣ ਜਦੋਂ ਅਜੇ ਇਸ ਬੇਸ ਤੋਂ ਹੀ ਅਸੀਂ ਕਮਜ਼ੋਰ ਆ ਤੇ ਬਾਣੀ ਵਿਚਲਾ ਸੰਦਰਭ ਸਮਝਣ ਚ ਤਾਂ ਅਸੀਂ ਬਹੁਤ ਵੱਡੀ ਕੁਤਾਹੀ ਜਿਹੜੀ ਆ ਉਹ ਕਰਾਂਗੇ। ਤੇ ਉੱਥੇ ਹੀ ਜਿਹੜੇ ਜਿਵੇਂ ਕਲਯੁੱਗ ਦੀ ਗੱਲ ਚੱਲਦੀ ਹੈ
ਵੀ ਬਾਣੀ ਦੇ ਪੱਖ ਨੂੰ ਛੱਡ ਕੇ ਜਿਹੜਾ ਕਲਯੁਗ ਬ੍ਰਾਹਮਣ ਵੀਰ ਨੇ ਜਾਂ ਜਿਹੜੇ ਸੋ ਕਾਲਡ ਅਗਿਆਨੀ ਬੰਦਿਆਂ ਨੇ ਪ੍ਰਚਾਰਿਆ ਆ, ਉਸੇ ਕਲਯੁਗ ਦੀ ਗੱਲ ਜਿਹੜੀ ਹੈ ਸਾਡੇ ਬੰਦੇ ਵੀ ਕਰਨ ਲੱਗ ਪਏ ਤੇ ਨਾਰਮਲ ਇਹ ਸ਼ਬਦ ਆ ਗਿਆ ਵੀ ਕਲਯੁਗ ਵਿੱਚ ਬਾਣੀ ਕੌਣ ਪੜਦਾ ਜੀ। ਬਿਲਕੁਲ ਹਨਾ, ਜਾਂ ਤਾਂ ਕਹਿੰਦੇ ਇਹ ਤਾਂ ਹੈ ਹੀ ਕਲਯੁਗ ਆ ਜੀ, ਹੁਣ ਬਾਣੀ ਦੇ ਰਾਹ ਤੇ ਕੌਣ ਚੱਲਦਾ। ਮੈਂ ਇੱਥੇ ਤੁਹਾਡੀ ਛੋਟੀ ਜਿਹੀ ਗੱਲ ਰੋਕਦਾ, ਮੈਨੂੰ ਯਾਦ ਆ ਗਈ ਆਪਣੀ ਗੱਲ ਕਰੋ। ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਨੀ ਇੱਕ ਕਿਤਾਬ ਹੈ ਜੀਵਨ ਬਿਰਤਾਂਤ ਗੁਰੂ ਨਾਨਕ ਸਾਹਿਬ ਜੀ, ਤੇ ਉਹਦੇ ਵਿੱਚ ਉਹਨਾਂ ਨੇ ਇਹਦੇ ਪ੍ਰਥਾ ਇੱਕ ਬੜੀ ਪਿਆਰੀ ਕਹਾਣੀ ਲਿਖੀ। ਕਹਿੰਦੇ ਵੀ ਇੱਕ ਦਿਨ ਨਾ ਮੈਂ ਗੁਰਦੁਆਰੇ ਗਿਆ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਆਉਂਦਾ ਵੀ ਕਲਯੁਗ ਦਾ ਖੰਡਨ ਕੀਤਾ, ਉਹਦੇ ਵਿੱਚ ਉਹਨਾਂ ਨੇ ਥੱਲੇ ਇੱਕ ਫੁੱਟਨੋਟ ਦਿੱਤਾ ਛੋਟਾ ਜਿਹਾ। ਕਹਿੰਦੇ ਵੀ ਮੈਂ ਇੱਕ ਦਿਨ ਗੁਰਦੁਆਰੇ ਗਿਆ ਤੇ ਗੁਰਦੁਆਰੇ ਭਾਈ ਸਾਹਿਬ ਕਲਯੁਗ ਦੀ ਕਥਾ ਕਰ ਰਹੇ ਸਨ। ਤੇ ਕਹਿੰਦੇ ਵੀ ਇੱਕ ਦਿਨ ਉਹ ਜਿਹੜੇ ਭਾਈ ਕਥਾ ਕਰ ਰਹੇ ਤੇ ਸਾਹਿਬ ਸਿੰਘ ਜੀ ਅੱਗੇ ਬੈਠੇ ਨਾ ਸੁਣ ਰਹੇ ਸੀ, ਤੇ ਉਹ ਕਹਿੰਦੇ ਵੀ ਇੱਕ ਦਿਨ ਮੈਂ ਜਦੋਂ ਉੱਥੇ ਬੈਠਾ ਸਾਹਮਣੇ ਤੇ ਭਾਈ ਜੀ ਕਥਾ ਕਰਦੇ ਕਰਦੇ ਕਹਿੰਦੇ ਵੀ ਗੁਰੂ ਸਾਹਿਬ ਦੇ ਕੋਲ ਕਲਯੁਗ ਆਇਆ, ਵੀ ਜਿਵੇਂ ਕੋਈ ਬੰਦਾ ਹੁੰਦਾ ਤੇ ਗੁਰੂ ਸਾਹਿਬ ਦੇ ਕੋਲ ਕਲਯੁਗ ਆਇਆ, ਤੇ ਗੁਰੂ ਸਾਹਿਬ ਦੇ ਕੋਲ ਆਣ ਕੇ ਕਹਿੰਦਾ ਵੀ ਤੁਸੀਂ ਤਾਂ ਸਾਰਾ ਹੀ ਜਿਹੜਾ ਸਮਾਂ ਆਪਣੇ ਸਿੱਖਾਂ ਨੂੰ ਦੇਤਾ, ਵੀ ਮੇਰੇ ਵਾਸਤੇ ਤਾਂ ਕੋਈ ਤੁਸੀਂ ਸਮਾਂ ਹੀ ਨਹੀਂ ਛੱਡਿਆ। ਸਿੱਖ ਬਾਣੀ ਪੜ੍ਹੀ ਜਾਂਦੇ ਆ, ਸਿੱਖ ਜਿਹੜੇ ਨਿਤਨੇਮ ਕਰੀ ਜਾਂਦੇ ਆ, ਸਿੱਖ ਜਿਹੜੇ ਆਪਣੇ ਜੀਵਨ ਦੇ ਵਿੱਚ ਗੁਣ ਜਿਹੜੇ ਲਾਗੂ ਕਰ ਰਹੇ, ਵੀ ਸਾਡੇ ਵਾਸਤੇ ਤਾਂ ਕੋਈ ਸਮਾਂ ਹੀ ਨਹੀਂ ਬਚਿਆ। ਕਹਿੰਦੇ ਵੀ ਕਰਦੇ ਕਰਦੇ ਫਿਰ ਭਾਈ ਜੀ ਨੇ ਉੱਥੇ ਇੱਕ ਗੱਲ ਕੀਤੀ, ਕਹਿੰਦੇ ਵੀ ਕਲਯੁਗ ਨੂੰ ਆਖਿਆ ਵੀ ਤੇਰੇ ਵਾਸਤੇ ਵੀ ਇੱਕ ਸਮਾਂ ਛੱਡ ਦਿੰਦੇ ਆ। ਆਂਦਾ ਜੀ ਕਿਹੜਾ ਸਮਾਂ? ਆਂਦੇ ਵੀ ਤੇਰੇ ਵਾਸਤੇ ਉਹ ਸਮਾਂ ਹੋਊਗਾ ਵੀ ਜਦੋਂ ਪਹਿਲਾਂ ਨਿਤਨੇਮ ਹੋ ਚੁੱਕਾ ਹੋਊਗਾ, ਬਾਣੀ ਪੜ੍ਹੀ ਜਾ ਚੁੱਕੀ ਹੋਊਗੀ, ਉਸ ਤੋਂ ਬਾਅਦ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਗੁਰਦੁਆਰੇ ਵਰਤਾਈ ਜਾਊਗੀ ਨਾ, ਤੇ ਤੂੰ ਉਦੋਂ ਗੁਰਦੁਆਰੇ ਵਿੱਚ ਪ੍ਰਵੇਸ਼ ਕਰ ਸਕਦਾ। ਉਹ ਫਿਰ ਕਹਿੰਦੇ ਵੀ ਭਾਈ ਜੀ ਨੇ ਗੱਲ ਇੱਥੇ ਲਿਆਣ ਕੇ ਨਿਬੇੜੀ ਵੀ ਅੱਜ ਵੀ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਸਾਡੇ ਗੁਰਦੁਆਰਿਆਂ ਵਿੱਚ ਵਰਤਾਈ ਜਾਂਦੀ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਦੌੜ ਨਹੀਂ ਲੱਗੀ ਹੁੰਦੀ ਵੀ ਪਹਿਲਾਂ ਮੈਂ ਲੈ ਲਾਂ ਪਹਿਲਾਂ। ਆਂਦੇ ਵੀ ਕਲਯੁਗ ਜਿਹੜਾ ਉਹ ਉਦੋਂ ਮਤਲਬ ਇੱਥੇ ਗੁਰਦੁਆਰਿਆਂ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਆਉਂਦਾ, ਇਹ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇਹ ਘਟਨਾ ਦਾ ਬੜੀ ਇਹ ਹੁਣ ਵੀ ਬੜੀ ਪ੍ਰਚਲਿਤ ਆ। ਜਿਵੇਂ ਹੁਣ ਇਹਨੂੰ ਬਦਲ ਲਿਆ, ਇਹਦਾ ਰੂਪ ਬਦਲ ਲਿਆ, ਹੁਣ ਬਣਾ ਲਿਆ ਵੀ ਬਾਹਰਲੇ ਮੁਲਕਾਂ 'ਚ ਸਿੱਖ ਲੜਦੇ ਬਹੁਤ, ਕਿਉਂਕਿ ਸਾਰੇ ਥਾਵਾਂ ਤੇ ਲੜਦੇ ਆ। ਖੈਰ ਲੜਾਈ ਤਾਂ ਸਿੱਖਾਂ ਦੇ ਮਤਲਬ ਕਦੀ ਅਸੀਂ ਗੈਰਾਂ ਨਾਲ ਲੜ ਕੇ ਤੇ ਦੁਨੀਆ 'ਚ ਇਤਿਹਾਸ ਸਿਰਜਿਆ ਸੀ, ਤੇ ਅੱਜ ਅਸੀਂ ਉਸੇ ਇਤਿਹਾਸ ਨੂੰ ਖੁਰਦ-ਬੁਰਦ ਕਰ ਰਹੇ ਆ ਆਪਸ ਵਿੱਚ ਲੜ ਹਨਾ। ਜਿਹੜਾ ਸਾਡਾ ਜ਼ੋਰ ਬਾਹਰ ਤੇ ਲੱਗਣਾ ਚਾਹੀਦਾ ਉਹ ਸਾਡਾ ਇੱਕ ਦੂਜੇ ਨਾਲ ਹੀ ਲੱਗ ਰਿਹਾ। ਪਿਛਲੇ ਦਿਨੀ ਉਹ ਲਾਈਨਾਂ ਵੀ ਮੈਂ 4 ਲਿਖੀਆਂ, ਜ਼ਿਕਰ ਕੀਤਾ ਸੀ ਵੀ ਜਦੋਂ ਆਪਸੀ ਫੁੱਟ ਹੁੰਦੀ ਆ ਤੇ ਫਿਰ ਕਿਹੜੇ ਵੇਲੇ ਤੁਹਾਡੇ ਦਲੀਪ ਸਿੰਘ ਤੁਹਾਡਾ ਰਾਜ ਜਾਣਾ ਹੈ ਇਹਦਾ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਆਪਸੀ ਫੁੱਟ ਨੇ ਸਾਡਾ ਕੀਮਤੀ ਸਿੱਖ ਰਾਜ ਗਵਾ ਦਿੱਤਾ। ਭਾਈਆਂ ਹੱਥੋਂ ਭਾਈ ਕਤਲ ਕਰਾ ਦਿੱਤਾ, ਆਪਣਿਆਂ ਦੇ ਹੱਥੋਂ ਹੀ ਆਪਣੇ ਕਤਲ ਹੋਏ। ਉਸ ਲੰਮੀ ਚੌੜੀ ਦਾਸਤਾਨ ਹੈ। ਰੋਟੀ ਮੰਗ ਕੇ ਖਾਣੀ ਪੈ ਗਈ ਤਖਤਾਂ ਦੀ ਰਾਣੀ ਨੂੰ, ਹਨਾ। ਆਓ ਰਲ ਮਿਲ ਸੁਲਝਾਈਏ ਇਸ ਉਲਝੀ ਹੋਈ ਤਾਣੀ। ਇਹਨੂੰ ਸੁਲਝਾਉਣ ਵਾਲੇ ਬੰਨੇ ਸਾਨੂੰ ਕਦਮ ਪੁੱਟਣੇ ਚਾਹੀਦੇ। ਖੈਰ ਹੁਣ ਇਹਦਾ ਨਾ ਰੂਪ ਬਦਲ ਲਿਆ। ਹੁਣ ਕਹਿੰਦੇ ਆ ਵੀ ਸਿੱਖ ਜਿਹੜੇ ਉਹ ਲੜਦੇ ਬੜੇ ਆ, ਕਹਿੰਦੇ ਬਾਹਰਲੇ ਹਾਲਾਂਕਿ ਬੜੀਆਂ ਅਜੀਬ ਗੱਲਾਂ ਵੀ ਸਾਡੇ ਨਾਲ ਏਦਾਂ ਦੀਆਂ ਗੱਲਾਂ ਜੁੜਨੀਆਂ ਨਹੀਂ ਸੀ ਚਾਹੀਦੀਆਂ, ਸਾਡੇ ਨਾਲ ਜੁੜਨੀਆਂ ਚਾਹੀਦੀਆਂ ਸੀ ਵੀ ਇਹ ਬੰਦੇ ਏਡੇ ਕਮਾਲ ਦੇ ਆ ਵੀ ਜਿੱਥੇ ਵੀ ਕਿਤੇ ਖੜ ਜਾਂਦੇ ਆ ਕੱਲਾ ਸਿੱਖ ਹੀ। ਕਿਉਂਕਿ ਅਸੀਂ ਉਹ ਗੱਲਾਂ ਕਿਉਂ ਨਹੀਂ ਲੈਂਦੇ ਵੀ ਜਿਹੜਾ ਸੂਈਆ ਸਾਡੇ ਬਾਰੇ ਰਿਪੋਰਟ ਲੈਣ ਆਇਆ ਵੀ ਜਿੱਤਦੇ ਕਿੱਦਾਂ ਆ। ਜਦੋਂ ਮੁਲਤਾਨ ਦੀ ਜੰਗ ਦੀ ਅਸੀਂ ਗੱਲ ਕਰਦੇ ਹਾਂ ਤੇ ਉਸੇ ਉਹ ਸਾਡੀ ਖੂਫੀਆ ਰਿਪੋਰਟ ਲੈਣ ਆਇਆ ਵੀ ਮੈਂ ਜਾ ਕੇ ਬਾਦਸ਼ਾਹ ਨੂੰ ਦੱਸਣਾ, ਤੇ ਉਹਨੇ ਫਿਰ ਤਰੀਕਾ ਵਰਤਣਾ ਇਹਨਾਂ ਨੂੰ ਮਾਰਨ ਦਾ, ਔਰ ਉਹ ਸਾਨੂੰ ਮਾਰਨ ਦਾ ਤਰੀਕਾ ਸਿੱਖਣ ਆਇਆ। ਸਾਡੇ ਵਿੱਚ ਆਣ ਕੇ ਉਹ ਇੰਨਾ ਪ੍ਰਭਾਵਿਤ ਹੋਇਆ, ਆਪ ਕਹਿੰਦਾ ਮਰਨਾ ਚਾਹੀਦਾ ਯਾਰ ਇਹਨਾਂ ਦੇ ਨਾਲ, ਇਹ ਤਾਂ ਏਡੇ ਕਮਾਲ ਦੇ ਬੰਦੇ ਆ। ਤੁਸੀਂ ਕਾਜ਼ੀ ਨੂਰ ਮੁਹੰਮਦ ਦਾ ਵੇਖ ਲਓ, ਭਾਵੇਂ ਸਿੱਖਾਂ ਦਾ ਕੱਟੜ ਦੁਸ਼ਮਣ ਆ ਪਰ ਜਦੋਂ ਸਿਫਤ ਕਰਦਾ ਕਿੱਥੇ ਜਾ ਕੇ ਸਿੱਖਾਂ ਦੀ ਕਿੰਨੀ ਪਿਆਰੀ ਗੱਲ ਉਹ ਕਰਦਾ ਵੀ ਕਹਿੰਦਾ ਵੀ ਇਹ ਹੈ ਤੇ ਸੱਗ ਨੇ ਪਰ ਵਫਾਦਾਰ ਵੀ ਵਫਾਦਾਰੀ ਵਾਲਾ ਗੁਣ ਇਹਨਾਂ ਵਰਗਾ ਦੁਨੀਆ 'ਚ ਕੋਈ ਨਹੀਂ। ਤੇ ਉਹ ਉੱਥੇ ਹੁਣ ਕਲਯੁਗ ਦਾ ਰੂਪ ਜਿਹੜਾ ਬਦਲ ਕੇ ਇਸ ਤਰ੍ਹਾਂ ਦਾ ਬਣਾ ਲਿਆ ਗਿਆ ਵੀ ਕਹਿੰਦੇ ਹੁਣ ਕਹਿੰਦੇ ਲੜਾਈ ਬਹੁਤ ਹੁੰਦੀ ਹੈ, ਕਹਿੰਦੇ ਇਹ ਲੜਦੇ ਕਿੱਦਾਂ ਆ। ਤੇ ਉਹਨਾਂ ਬੰਦਾ ਭੇਜਿਆ ਕੋਈ ਵੀ ਗੁਰਦੁਆਰੇ ਪਤਾ ਕਰੋ ਵੀ ਇਹ ਲੜ ਕਿਉਂ ਪੈਂਦੇ ਆ। ਉਹ ਸਾਰੀ ਰਿਪੋਰਟ ਹੋ ਗਈ ਵੀ ਨਿਤਨੇਮ ਹੋ ਗਿਆ, ਬਾਣੀ ਪੜ੍ਹ ਲਈ ਸਾਰਾ, ਵੀ ਇਹ ਲੜੇ ਨਹੀਂ। ਤੇ ਉਹ ਕਹਿੰਦਾ ਵੀ ਉਹਨੇ ਰਿਪੋਰਟ ਦੇ ਦਿੱਤੀ ਵੀ ਸਾਰਾ ਕੁਝ ਹੋ ਗਿਆ ਹੁਣ ਤਾਂ। ਉਹ ਕਹਿੰਦਾ ਵੀ ਅਜੇ ਨਹੀਂ ਲੜਨਾ। ਇਹ ਇਹਨਾਂ ਦੇ ਵਿੱਚ ਪਤਾ ਨਹੀਂ ਕਿਹੜੀ ਸ਼ੈ ਉਦੋਂ ਆਉਂਦੀ ਜਦੋਂ ਇਹ ਇੱਕ ਬਰਾਊਨ ਜੀ ਚੀਜ਼ ਵਰਤਾਉਂਦੇ ਕੋਈ। ਅੱਛਾ, ਜਿਵੇਂ ਉਹ ਕੜਾਹ ਪ੍ਰਸ਼ਾਦ ਦੀ ਗੱਲ ਤੁਸੀਂ ਉੱਥੇ ਕਰਦੇ ਨਾ। ਸੋ ਇਹ ਗੱਲਾਂ ਸਾਡੇ ਨਾਲ ਜਿਹੜੀਆਂ ਆ ਬੜੀਆਂ ਹਾਸੋਹੀਣੀਆਂ ਜਿਹੜੀਆਂ ਜੋੜ ਦਿੱਤੀਆਂ। ਅਸੀਂ ਕੜਾਹ ਮਗਰ ਲੜਨ ਵਾਲੇ ਨਹੀਂ ਯਾਰ, ਦੇਗਾ ਮਗਰ ਲੜਨ ਵਾਲੇ ਬੰਦੇ ਨਹੀਂ, ਅਸੀਂ ਤਾਂ ਇੱਜ਼ਤਾਂ ਮਗਰ ਲੜਨ ਵਾਲੇ ਬੰਦੇ। ਸਾਡੇ ਸਿਰਾਂ ਤੇ ਵੱਜੀਆਂ ਦਸਤਾਰਾਂ, ਅਸੀਂ ਵੱਟਾਂ ਤੋਂ ਲੜਨ ਵਾਲੇ ਨਹੀਂ ਯਾਰ। ਪਿੰਡਾਂ ਦੇ ਵਿੱਚ ਬੈਠੇ ਹੋਏ ਸਾਡੇ ਵੀਰ ਭਰਾ, ਅਸੀਂ ਕਾਲਜਾਂ 'ਚ ਕੁੜੀਆਂ ਮਗਰ ਲੜਨ ਵਾਲੀ ਸਾਡੀ ਜਿਹੜੀ ਆ ਉਹ ਪਨੀਰੀ ਨਹੀਂ ਆ। ਸਾਨੂੰ ਸਾਡੇ ਦਿਮਾਗ 'ਚ ਪਾਈਆਂ ਇਹ ਗੱਲਾਂ ਗਈਆਂ। ਨੌਜਵਾਨ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਨ ਘੱਟ ਜਾ ਰਿਹਾ ਤੇ ਲੜ ਵੀ ਕਿਹਦੇ ਤੋਂ ਰਿਹਾ ਆ। ਮਤਲਬ ਉਹ ਸਾਰਾ ਕੁਝ ਸਾਡਾ ਬਦਲ ਦਿੱਤਾ ਗਿਆ। ਇਹੀ ਅਸਲ ਵਿੱਚ ਕਲਯੁਗ ਹੈ।
ਵੀ ਬਹੁਤੇ ਡਿਟੇਲ 'ਚ ਆਪਾਂ ਨਾ ਜਾਈਏ, ਸਮਾਂ ਆਪਣੇ ਕੋਲ ਸਮਾਂ ਆਗਿਆ ਨਹੀਂ ਦਿੰਦਾ। ਇਹੀ ਅਸਲ ਵਿੱਚ ਕਲਯੁਗ ਹੈ, ਕਿਉਂਕਿ ਬਾਣੀ ਦਾ ਜਿਹੜਾ ਪੱਖ ਹੈ ਉਹ ਕਹਿੰਦੇ ਵੀ ਜਦੋਂ ਕਲਯੁਗ ਰੱਥ ਅਗਨ ਕਾ, ਮਤਲਬ ਤੁਹਾਡੇ ਅੰਦਰ ਜਦੋਂ ਨਫ਼ਰਤ, ਸਾੜਾ, ਈਰਖਾ ਉਬਾਲੇ ਮਾਰਨ ਲੱਗ ਜਾਏ ਤੇ ਸਮਝ ਲਓ ਤੁਹਾਡੇ ਅੰਦਰ ਕਲਯੁਗ ਚੱਲ ਰਿਹਾ। ਇਹ ਨਹੀਂ ਵੀ ਬਾਹਰ ਕਲਯੁਗ ਆ ਗਿਆ ਆ, ਅੰਦਰੋਂ ਇਹ ਜ਼ਹਿਰ ਮੁਕਾ ਦਿਓ, ਨਫ਼ਰਤ ਸਾੜਾ ਬੰਦ ਕਰ ਦਿਓ ਤੇ ਇਹ ਤੁਹਾਡੇ ਅੰਦਰ ਸਤਿਯੁਗ ਵਾਪਰ ਜਾਣਾ। ਉੱਥੇ ਧਰਮ ਅਗਵਾਈ ਕਰਦਾ। ਫਿਰ ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਬਾਣੀ 'ਚ ਕੀਤੀ ਵੀ ਸਤਿਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾ, ਉੱਥੇ ਤੁਹਾਡੀ ਜਿਹੜੀ ਆ ਉਹ ਅਗਵਾਈ ਧਰਮ ਕਰੂਗਾ। ਫਿਰ ਸੋ ਜਦੋਂ ਧਰਮ ਸਾਡੀ ਅਗਵਾਈ ਕਰੂਗਾ, ਧਰਮ ਸਾਡੇ ਤੇ ਸੱਚੀ ਮੁੱਚੀ ਭਾਰੂ ਹੋਊਗਾ, ਖੁਦ ਪ੍ਰਸਤੀ ਘਟੂਗੀ, ਰਾਜਨੀਤਿਕ ਭੁੱਖ ਘਟੂਗੀ, ਸਾਡੇ ਅੰਦਰ ਖੁਦ ਨੂੰ ਹਾਈਲਾਈਟ ਕਰਨ ਦੀ, ਖੁਦ ਨੂੰ ਦੀ ਜਿਹੜੀ ਉਹ ਗੱਲ ਤਾਂ ਬੜੀ ਪਿਆਰੀ ਹੈ ਖੁਦ ਮੁਖਤਿਆਰੀ ਵਾਲੀ, ਪਰ ਗੱਲ ਉਹ ਖੁਦ ਮੁਖਤਿਆਰੀ ਵਾਲੀ ਇਹ ਹੈ ਵੀ ਗੁਰੂ ਸਾਹਿਬ ਜੀ ਨੇ ਖੁਦ ਮੁਖਤਿਆਰੀ ਲੈ ਕੇ ਦਿੱਤੀ ਵੀ ਗੁਲਾਮ ਨਹੀਂ ਹੋਣਾ ਕਿਸੇ ਦੇ। ਬਿਲਕੁਲ ਅਸੀਂ ਉਹਦੇ ਅਰਥ ਕੱਢ ਲਏ ਵੀ ਗੱਲ ਨਹੀਂ ਸੁਣਨੀ ਕਿਸੇ ਦੀ, ਬਿਲਕੁਲ ਹਨਾ, ਅਸੀਂ ਆਪਣੇ ਅਰਥ ਉਹਦੇ ਬਣਾ ਲਏ। ਸੋ ਇਹ ਜਿਹੜਾ ਕਲਯੁਗ ਦਾ ਪੱਖ ਆ ਉਹਨੂੰ ਸਾਨੂੰ ਬਾਣੀ ਨਾਲ ਸਾਡਾ ਕਈ ਵਾਰੀ ਜ਼ੋਰ ਨਾ ਜ਼ਿਆਦਾ ਇੱਥੇ ਲੱਗਦਾ, ਜਿਵੇਂ ਤੁਸੀਂ ਕਿਤੇ ਜਾਓ ਤੇ ਕਿਸੇ ਨੂੰ ਆਖੋ ਵੀ ਭਾਈ ਬਾਣੀ ਪੜ੍ਹ ਲਓ, ਆਂਦੇ ਕੀ ਕਰੀਏ ਕਲਯੁਗ ਆ ਜੀ ਨਹੀਂ ਕਰਦਾ, ਬੱਚੇ ਨਹੀਂ ਆਖੇ ਲੱਗਦੇ ਜੀ, ਕਲਯੁਗ ਦਾ ਜ਼ਮਾਨਾ ਹੈ। ਵੀ ਸਾਰੇ ਲੋਕ ਸੰਸਾਰ ਦੇ ਉਹ ਵੀ ਤਾਂ ਬੱਚੇ ਹੈਗੇ ਜਿਹੜੇ ਆਪਣੇ ਮਾਪਿਓ ਦਾ ਕਹਿਣਾ ਮੰਨਦੇ, ਤੇ ਰਾਜਨੀਤੀ ਦੇ ਵਿੱਚ ਵੀ ਮਾੜੇ ਬੰਦੇ ਵੀ ਹੈਗੇ, ਚੰਗੇ ਵੀ ਹੈਗੇ, ਧਰਮ ਦੇ ਵਿੱਚ ਵੀ ਮਾੜੇ ਬੰਦੇ ਹੈਗੇ। ਇਹਦਾ ਮਤਲਬ ਹੈ ਵੀ ਕਲਯੁਗ ਕਿਤੇ ਬਾਹਰੀ ਸਮਾਂ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਪ੍ਰਚਾਰ ਫੇਰੀਆਂ ਤੇ ਜਾਂਦੇ ਤੇ ਉੱਥੇ ਇਹੋ ਵਾਰਤਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਪਾਂਡਿਆਂ ਦੇ ਨਾਲ ਕੀਤੀ ਸੀ ਵੀ ਸਹੀ ਚੰਦ ਜੀਵਨ ਤਲਬ ਨਿਵਾਰ ਵਾਲੀ ਗੱਲ ਗੁਰੂ ਸਾਹਿਬ ਕਰ, ਵੀ ਉਹੋ ਹੀ ਤਾਰੇ ਨੇ, ਉਹੋ ਹੀ ਚੰਦਰਮਾ ਨੇ, ਵੀ ਸਮਾਂ ਨਹੀਂ ਵੱਖਰਾ ਹੁੰਦਾ, ਬੰਦੇ ਦੇ ਮਨ ਤੇ ਸੁਭਾਅ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਇਹ ਡਿਪੈਂਡ ਕਰਦੀਆਂ ਨੇ ਵੀ ਤੁਹਾਡਾ ਮਨ ਤੇ ਸੁਭਾਅ ਕਿਸ ਅਵਸਥਾ ਦੇ ਵਿੱਚ ਜੀ ਰਿਹਾ ਹੈ। ਜੇ ਮਾੜਾ ਹੈ ਤੇ ਕਲਯੁਗ ਹੈ, ਜੇ ਚੰਗਾ ਹੈ ਤੇ ਸਤਿਯੁਗ ਹੈ। ਹਾਂ ਬਿਲਕੁਲ ਬਿਲਕੁਲ। ਸੋ ਇਸ ਪੱਖ ਤੋਂ ਸਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਵਾਚਣੀਆਂ ਚਾਹੀਦੀਆਂ। ਆਪ ਸਾਰਿਆਂ ਦਾ ਧੰਨਵਾਦ ਆ ਤੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ। ਵੀਰ ਸ਼ਮਸ਼ੇਰ ਸਿੰਘ ਜੀ ਦਾ ਧੰਨਵਾਦ। ਅੱਜ ਆਪਾਂ ਰਲ ਮਿਲ ਕੇ ਇਸ ਵਿਸ਼ੇ ਤੇ ਗੱਲ ਕਰ ਰਹੇ ਸੀ। ਜਿਹੜੇ ਵੀ ਵੀਰ ਭੈਣਾਂ ਇਸ ਪ੍ਰੋਗਰਾਮ ਨੂੰ ਲਾਈਵ ਸੁਣਦੇ ਹੋ ਉਹ ਕੋਸ਼ਿਸ਼ ਕਰਿਆ ਕਰੋ ਵੀ ਜੇ ਇਹਨੂੰ ਬਾਅਦ 'ਚ ਵੀ ਸੁਣਨਾ ਹੋਵੇ ਤਾਂ YouTube ਚੈਨਲ ਜਿਹੜਾ ਆ ਉਹ ਸਬਸਕ੍ਰਾਈਬ ਕਰ ਲਓ ਤੁਸੀਂ। ਅਕਾਲੀ TV ਚੈਨਲ ਵੀ ਹੈ ਤੇ ਬਾਣੀ ਬੋਹਿਤ YouTube ਚੈਨਲ ਹੈ, ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਉਹਦੇ ਤੇ ਸਾਰੇ ਪ੍ਰੋਗਰਾਮ ਇਹ ਜਿਹੜੇ ਆ ਬਾਅਦ ਵਿੱਚ ਵੀ ਪਾ ਦਿੱਤੇ ਜਾਂਦੇ ਆ। ਔਰ ਇਸ ਪੇਜ ਨੂੰ ਵੀ ਲਾਈਕ ਕਰੋ, ਸ਼ੇਅਰ ਕਰੋ ਤਾਂ ਕਿ ਆਪਾਂ ਰਲ ਮਿਲ ਕੇ ਕੌਮ ਦੇ ਅੰਦਰ ਇਸ ਤਰ੍ਹਾਂ ਦੀ ਜਾਗਰਤੀ ਲਿਆ ਸਕੀਏ ਕਿ ਸਾਨੂੰ ਆਪਣੇ ਵਡੇਰਿਆਂ ਦਾ ਇਤਿਹਾਸ ਪੜ੍ਹ ਕੇ, ਵਡੇਰਿਆਂ ਤੋਂ ਸਬਕ ਸਿੱਖ ਕੇ ਆਪਣੀ ਕੌਮ ਦੀ ਸੱਚੀ ਮੁੱਚੀ ਉਹ ਦਸ਼ਾ ਜਿਹੜੀ ਅੱਜ ਬਣਾ ਦਿੱਤੀ ਗਈ ਹੈ ਆਪਸੀ ਚ ਮਿਲਿਆ ਨਾਲ ਉਹਨੂੰ ਸਵਾਰੀਏ ਤੇ ਅੱਗੇ ਲੈ ਕੇ ਚੱਲੀਏ। ਇਹ ਸਾਰਾ ਪਲੇਟਫਾਰਮ ਜਿਹੜਾ ਵੀਰਾਂ ਦਾ ਸਾਂਝਾ ਹੀ ਹੈ ਵੀ ਜੇ ਕੋਈ ਗੱਲਬਾਤ ਕਰਨੀ ਚਾਹੁੰਦਾ ਵੀ ਹੋਵੇ ਤੇ ਨਾ ਕਿਸੇ ਦਾ ਨਿੱਜੀ ਨਹੀਂ ਭਾਈ, ਆਪਾਂ ਸਾਰਿਆਂ ਦਾ ਕੌਮੀ ਗੱਲ ਆ, ਕੌਮ ਦੀ ਗੱਲ ਆ। ਆਪਾਂ ਸਾਰੇ ਕੋਈ ਵੀ ਕਿਸੇ ਤਰ੍ਹਾਂ ਦੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਤੁਸੀਂ ਟਿੱਪਣੀ ਰਾਹੀਂ ਵੀ ਆਪਣੀ ਗੱਲਬਾਤ ਜਿਹੜੀ ਆ ਉਹ ਜਾਰੀ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਭਰਾ ਦਾ ਕੋਈ ਸੁਝਾਅ ਵੀ ਹੋਵੇ ਤਾਂ ਉਹ ਵੀ ਬਿਲਕੁਲ ਸਾਨੂੰ ਸੁਝਾਅ ਦਿਓ। ਜ਼ਰੂਰੀ ਨਹੀਂ, ਕੋਈ ਦਾਵਾ ਨਹੀਂ ਸਾਡਾ ਵੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਇਹ ਅਸੀਂ ਅਖੀਰਲਾ ਸੱਚ ਤੁਹਾਨੂੰ ਦੱਸ ਰਹੇ ਹਾਂ। ਜੇ ਤੁਹਾਡੇ ਕੋਈ ਕੀਮਤੀ ਸੁਝਾਅ ਹੋਣਗੇ ਤੇ ਉਹਨਾਂ ਨੂੰ ਵੀ ਅਸੀਂ ਸਿਰ ਮੱਥੇ ਪ੍ਰਵਾਨ ਕਰਾਂਗੇ। ਜਿਵੇਂ ਕਿ ਪਹਿਲਾਂ ਅਸੀਂ ਬਾਣੀ ਦੀ ਇਕੱਲੀ ਵਿਚਾਰ ਹੀ ਕਰਦੇ ਸੀ ਤਾਂ ਸਾਡੇ ਕੋਲ ਬਹੁਤ ਸਾਰੇ ਸਵਾਲ ਜਾਂ ਸੁਝਾਅ ਦੇ ਰੂਪ ਵਿੱਚ ਇਦਾਂ ਦੀਆਂ ਗੱਲਾਂ ਆਈਆਂ ਵੀ ਤੁਸੀਂ ਕਿਉਂ ਨਹੀਂ ਇਤਿਹਾਸ ਨਾਲ ਸੰਬੰਧਿਤ ਵੀ ਗੱਲ ਸ਼ੁਰੂ ਕਰੋ। ਤੇ ਹੁਣ ਅਸੀਂ ਸ਼ਨੀਵਾਰ ਜਿਹੜਾ ਆ ਸਾਂਝ ਇਤਿਹਾਸ ਦੀ ਪ੍ਰੋਗਰਾਮ ਆਪ ਜੀ ਦੇ ਨਾਲ ਲੈ ਕੇ ਹਾਜ਼ਰ ਹੋਈਦਾ ਆ ਤੇ ਐਤਵਾਰ ਜਿਹੜਾ ਆ ਸਾਂਝ ਗੁਰਬਾਣੀ ਦੀ ਤੇ ਸੋਮਵਾਰ ਅਸੀਂ ਇਸ ਉਹਨਾਂ ਦੋਵਾਂ ਦਿਨਾਂ ਦੀ ਕੀਤੀ ਹੋਈ ਬਾਣੀ ਦੀ ਇਤਿਹਾਸ ਦੀ ਵਿਚਾਰ ਤੇ ਚਰਚਾ ਕਰਦੇ ਹਾਂ। ਆਪ ਸਭ ਦਾ ਧੰਨਵਾਦ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।